ਅਕਾਲੀ ਦਲ ਨੇ ਜਦੋਂ ਭਾਜਪਾ ਨਾਲ ਗਠਬੰਧਨ ਕੀਤਾ ਸੀਗਾ ਉਸ ਗੱਲ ਤੋਂ ਟੋੜਾ ਸਾਹਿਬ ਬਹੁਤੇ ਖੁਸ਼ ਨਹੀਂ ਸੀ। ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਅਸੀਂ ਕਦੇ ਕਿਸੇ ਨਾਲ ਸਿਆਸੀ ਤੌਰ ਤੇ ਨਹੀਂ ਕਰਦੇ ਤੇ ਕਿਤੇ ਨਾ ਕਿਤੇ ਇਹੀ ਬਾਦਲਾਂ ਲਈ ਬਹੁਤ ਵੱਡਾ ਡਰ ਹੈ ਤੇ ਉਹ ਵਰਤਦੇ ਨੇ ਸਿਆਸੀ ਤੌਰ ਤੇ, ਪੈਸੇ ਤੌਰ ਤੇ। ਬੀਜੇਪੀ ਦੇ ਪ੍ਰਤੀ ਜਦੋਂ ਖੇਤੀ ਕਰਨ ਆਏ ਉਸ ਤੋਂ ਬਾਅਦ ਇੱਕ ਲੋਕ ਰੋਸ ਮਨਾਂ ਦੇ ਵਿੱਚ ਬਣਿਆ ਹੋਇਆ ਬੀਜੇਪੀ ਦੇ ਪ੍ਰਤੀ, ਉਹਨੂੰ ਕਿਵੇਂ ਦੂਰ ਕਰੇਗੀ ਬੀਜੇਪੀ? ਕੀ ਸੋਚ ਰਹੀ ਹੈ ਬੀਜੇਪੀ? ਕਿ ਤੁਹਾਨੂੰ ਲੱਗਿਆ ਕਿ ਬੀਜੇਪੀ ਦੇ ਵਿੱਚ ਆਉਣ ਨਾਲੋਂ ਸਹੀ ਜਾਊਗਾ ਤੁਹਾਡਾ ਟਰੈਕ? ਪੰਥਕ ਚਿਹਰਿਆਂ ਦੀ ਰਾਜਨੀਤੀ ਨੂੰ ਬੀਜੇਪੀ ਕਿਸ ਤਰੀਕੇ ਨਾਲ ਵਰਤੇਗੀ? ਰਣਨੀਤੀ ਕੀ ਹੈ ਬੀਜੇਪੀ ਦੀ? ਬੀਜੇਪੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕੁਝ ਕਰਨ ਜਾ ਰਹੀ ਹੈ ਸਿੱਖਾਂ ਦੇ ਲਈ, ਕੁਝ ਖਾਸ, ਕੁਝ ਵੱਡਾ? ਕਾਨੂੰਨ ਆਏ ਤੇ ਸਾਨੂੰ ਉਹ ਪਸੰਦ ਨਹੀਂ ਆਏ। ਕਿਤੇ ਨਾ ਕਿਤੇ ਕਾਨੂੰਨ ਆਉਣ ਦਾ ਸਭ ਤੋਂ ਵੱਡਾ ਕਾਰਨ ਵੀ ਹਰਸਿਮਰਤ ਕੌਰ ਬਾਦਲ ਨੇ। ਉਹ ਉੱਥੇ ਅਮਿਤ ਸ਼ਾਹ ਜੀ ਨੂੰ ਦੱਸਦੇ ਰਹੇ ਨੇ ਕਿ ਅਸੀਂ ਕਿਸਾਨਾਂ ਨਾਲ ਗੱਲ ਕਰ ਲਈਏ ਜੀ ਤੇ ਕਾਨੂੰਨ ਬਹੁਤ ਵਧੀਆ ਨੇ, ਪਰ ਉਹ ਤਾਂ ਕਹਿੰਦੇ ਸਾਰੇ ਧੋਖੇ 'ਚ ਰੱਖਿਆ। ਧੋਖੇ 'ਚ ਤਾਂ ਅਮਿਤ ਸ਼ਾਹ ਜੀ ਰਹੇ ਨੇ ਜੀ, ਬੀਜੇਪੀ ਸਰਕਾਰ ਰਹੀ ਹੈ। ਜਿਹੜੇ ਉਦੋਂ ਕਿਸਾਨ ਲੀਡਰ ਕਹਿੰਦੇ ਸੀ ਅਸੀਂ ਸਿਆਸਤ ਨਹੀਂ ਕਰਾਂਗੇ, ਅਸੀਂ ਕੁਛ ਨਹੀਂ ਕਰਾਂਗੇ, ਅਸੀਂ ਸਿਰਫ ਕਿਸਾਨੀ ਦੇ ਮੁੱਦਿਆਂ ਤੱਕ ਹੀ ਸੀਮਿਤ ਰਹਾਂਗੇ, ਅੱਜ ਉਹ ਪਾਰਟੀਆਂ ਬਣਾ ਕੇ ਆਪਦੇ ਬੰਦੇ ਅਨਾਉਂਸ ਕਰ ਰਹੇ ਨੇ। ਟੌੜਾ ਸਾਹਿਬ ਦੀ ਡੈਥ ਤੋਂ ਬਾਅਦ 2004 ਤੋਂ ਬਾਅਦ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਨੇ, ਪਰ ਪੰਥਕ ਮੁੱਦਿਆਂ ਦੇ ਉੱਤੇ ਅਕਾਲੀ ਦਲ ਦੀ ਸਰਕਾਰ ਨੇ ਕੋਈ ਫੈਸਲਾ ਨਹੀਂ, ਸਗੋਂ ਪੰਥ ਦੇ ਅਗੇਂਸਟ ਹੀ ਫੈਸਲੇ ਲੈਂਦੇ। ਡੇਰਾ ਸੱਚੇ ਸੌਦੇ ਨੂੰ ਜਿਹੜੀ ਇਹਨਾਂ ਨੇ ਮਾਫੀ ਦਿੱਤੀ, ਉਹ ਪੰਥ ਦੇ ਬਿਲਕੁਲ ਅਗੇਂਸਟ, ਉਹ ਟੌੜਾ ਸਾਹਿਬ ਦੀ ਸੋਚ ਦੇ ਬਿਲਕੁਲ ਅਗੇਂਸਟ। ਅਕਾਲੀ ਦਲ ਤਾਂ ਹੁਣ ਉਹ ਅਕਾਲੀ ਦਲ ਰਿਹਾ ਹੀ, ਹੁਣ ਤਾਂ ਉਹ ਇੱਕ ਸੁਖਬੀਰ ਬਾਦਲ ਦੀ ਫਰਮ ਹੈ ਜਿਹਦੇ ਨਾਲ ਉਹ ਬ੍ਰੈਕਟ 'ਚ ਬਾਦਲ ਲਿਖਦੇ ਨੇ। ਪਰ ਸ਼੍ਰੋਮਣੀ ਅਕਾਲੀ ਦਲ ਵਾਲੇ ਇਹ ਦਾਅਵਾ ਕਰਦੇ ਨੇ ਕਿ ਸਾਡੀ ਪਾਰਟੀ ਦੇ ਵਿੱਚ ਡੈਮੋਕ੍ਰੈਟਿਕ ਸਿਸਟਮ ਹੈ, ਕੋਰ ਕਮੇਟੀ ਹੈ, ਇਕੱਲੇ ਪ੍ਰਧਾਨ ਦੀ ਥੋੜਾ ਚੱਲਦੀ ਹੈ, ਸਾਰਿਆਂ ਦੀ ਚੱਲਦੀ ਹੈ ਪਾਰਟੀ 'ਚ। ਟਿਕਟਾਂ ਤਾਂ ਇਕੱਲੇ ਅਨਾਉਂਸ ਕਰਦੇ ਨੇ ਜੋ ਜਾ ਕੇ ਹਰ ਹਲਕੇ। ਤੁਹਾਨੂੰ ਲੱਗਦਾ ਕੋਰ ਕਮੇਟੀ ਦੀ ਕੋਈ ਨਹੀਂ ਪੁੱਛਿਓ? ਕੋਈ ਕੁਛ ਨਹੀਂ ਹੈਗੀ। ਬੀਜੇਪੀ ਕਿੰਨੀ ਸੀਟਾਂ ਜਿੱਤੂਗੀ ਤਾਂ ਕਿੰਨੀਆਂ ਹੋਣਗੀਆਂ? ਦਾਅਵਾ ਕਿੰਨੀਆਂ ਦਾ ਕਰਦੇ ਹੋ? ਅਸੀਂ ਸਰਕਾਰ ਬਣਾਵਾਂਗੇ ਜੀ, ਇਸ ਚੀਜ਼ ਦਾ ਤਾਂ ਦਾਅਵਾ। ਚਾਹੇ ਜੋੜ ਤੋੜ ਕਰਕੇ ਬਣਾਓ। ਆਮ ਆਦਮੀ ਪਾਰਟੀ ਚੋਣਾਂ ਚੁਣ ਕੇ ਬੀਜੇਪੀ ਦੇ ਵਿੱਚ ਜਾਣਾ, ਇਹ ਸਟੈਪ ਸਮਝ ਨਹੀਂ ਆ ਰਿਹਾ, ਕੁਝ ਟਰੈਕ ਵੱਖਰਾ ਲੈ ਲਿਆ ਪਰਿਵਾਰ ਨੇ। ਜਦੋਂ ਅਸੀਂ ਆਮ ਆਦਮੀ ਪਾਰਟੀ ਜੁਆਇਨ ਕਰੀ ਤਾਂ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਅਸੀਂ ਉਹ ਮਸਲੇ ਸਿੱਖਾਂ ਦੇ ਸੁਣਾਂਗੇ ਤੇ ਅਸੀਂ ਪਾਰਟੀ ਉਹਨਾਂ ਨਾਲ ਖੜੂਗੀ। ਤੇ ਆਫਟਰ ਇਲੈਕਸ਼ਨ ਇੱਕ ਦੋ ਵਾਰੀ ਮੈਂ ਅਰਵਿੰਦ ਜੀ ਨੂੰ ਜ਼ਰੂਰ ਮਿਲਿਆ ਜੀ, ਮੈਨੂੰ ਦਿੱਲੀ ਸੀ। ਕੀ ਗੱਲਬਾਤ ਕੀਤੀ ਸੀ? ਤੇ ਉਹਨਾਂ ਨੇ ਸਾਨੂੰ ਬੜਾ ਸਪਸ਼ਟ ਕਰਤਾ ਸੀ ਕਿ ਮੈਂ ਨਹੀਂ ਇਹਦੇ 'ਚ ਇੰਟਰਫੇਅਰ ਕਰ ਸਕਦਾ। ਕੇਜਰੀਵਾਲ ਨੇ ਸਾਫ਼ ਕਿਹਾ? ਹਾਂਜੀ ਹਾਂ, ਉਹਨਾਂ ਨੇ ਸਾਫ਼ ਮਨਾ ਕਰਤਾ ਸੀ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਆਨੰਦਪ੍ਰੀਤ ਸਿੰਘ। ਪੰਜਾਬ ਦੀ ਸਿਆਸਤ ਚਿਹਰਿਆਂ ਦੇ ਉੱਤੇ ਬੜੀ ਕੇਂਦਰਿਤ ਰਹੀ ਹੈ, ਉਹ ਚਾਹੇ ਪੁਰਾਣੇ ਵੇਲੇ ਦੀ ਸਿਆਸਤ ਹੋਵੇ ਤੇ ਚਾਹੇ ਅਜੋਕੇ ਸਮੇਂ ਦੀ ਸਿਆਸਤ ਹੋਵੇ। ਜੇ ਪੰਥਕ ਮਸਲਿਆਂ ਦੀ ਗੱਲ ਕਰੀਏ, ਪੰਥਕ ਚਿਹਰਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਸਰਦਾਰ ਗੁਰਚਰਨ ਸਿੰਘ ਟੌੜਾ ਦਾ ਨਾਮ ਮਨਫੀ ਨਹੀਂ ਕੀਤਾ ਜਾ ਸਕਦਾ। ਬਹੁਤ ਲੰਮਾ ਸਮਾਂ ਸਿਆਸਤ ਦੇ ਵਿੱਚ ਰਹੇ ਤੇ ਬੜੀਆਂ ਲੜਾਈਆਂ ਉਹਨਾਂ ਨੇ ਲੜੀਆਂ, ਪਰ ਇੱਕ ਵਕਤ ਤੇ ਜਾ ਕੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਵੀ ਬਣਾਉਂਦੇ ਨੇ। ਉਸ ਤੋਂ ਬਾਅਦ ਤਰ੍ਹਾਂ ਦੀ ਰਾਜਨੀਤੀ ਉਹ ਦੇਖਣ ਨੂੰ ਮਿਲੀ। ਤਾਂ ਅੱਜ ਜਦੋਂ ਬੀਜੇਪੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਨਾਤਾ ਟੁੱਟ ਗਿਆ ਤਾਂ ਕਈ ਪੰਥਕ ਚਿਹਰੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ। ਉਹਨਾਂ ਦੇ ਵਿੱਚ ਗੁਰਚਰਨ ਸਿੰਘ ਟੌੜਾ ਦੇ ਦੋਤੇ ਕੰਵਰਵੀਰ ਸਿੰਘ ਟੌੜਾ ਸਾਡੇ ਨਾਲ ਨੇ। ਗੱਲਬਾਤ ਆ ਜਿਨ੍ਹਾਂ ਨਾਲ ਕਰਾਂਗੇ। ਸਰ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਨਾਜ ਜੀ। ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਨੂੰ, ਤੁਸੀਂ ਸਾਡੇ ਹਲਕੇ ਅਮਲੋਹ 'ਚ ਆਏ ਹੋ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਲਕਾ ਅਮਲੋਹ ਤੋਂ ਤੁਹਾਨੂੰ ਉਮੀਦਵਾਰ ਬੀਜੇਪੀ ਨੇ ਅਨਾਉਂਸ ਕਰ ਦਿੱਤਾ। ਸਭ ਤੋਂ ਪਹਿਲਾਂ ਮੈਂ ਤੁਹਾਡਾ ਬੈਕਗਰਾਊਂਡ ਜਾਣਨਾ ਚਾਹੁੰਦਾ, ਕਿੱਥੋਂ ਪੜ੍ਹਾਈ ਕੀਤੀ ਹੈ? ਕੰਵਰਵੀਰ ਕੀ ਸੋਚਦਾ ਸਿਆਸਤ ਬਾਰੇ? ਬਾਈ ਜੀ, ਮੇਰੀ ਸਕੂਲਿੰਗ YPS ਪਟਿਆਲੇ ਤੋਂ ਹੈ ਜੀ, ਤੇ ਉਹ ਤੋਂ ਬਾਅਦ ਮੈਂ ਇੰਜੀਨੀਅਰਿੰਗ ਕਰੀ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜੀ। ਤੇ ਉਹ ਤੋਂ ਬਾਅਦ ਮੈਂ MBA ਕੀਤੀ ਹੈ ਜੀ ਫਰੋਮ ਪੰਜਾਬੀ ਯੂਨੀਵਰਸਿਟੀ ਜੀ। ਤੇ ਸਿਆਸਤ ਦੀ ਸੋਚਣ ਵਾਲੀ ਗੱਲ ਆਇਆ ਬਾਈ ਜੀ, ਮੈਂ ਤਾਂ ਜਿਸ ਪਰਿਵਾਰ 'ਚ ਮੇਰੀ ਅਪਬ੍ਰਿੰਗਿੰਗ ਹੋਈ ਹੈ ਜੀ, ਹਮੇਸ਼ਾ ਇੱਥੇ ਸਿਆਸਤ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਮੈਂ ਕਦੇ ਸੁਣੀ ਜੀ। ਤੇ ਸਿਆਸਤ ਵੀ ਉਹ ਗੱਲਾਂ ਸੁਣੀਆਂ ਨੇ ਜਿਹੜੀਆਂ ਕਿ ਸ਼ਾਇਦ ਅੱਜ ਕੱਲ੍ਹ ਤੁਸੀਂ ਨਹੀਂ ਸੁਣਨ ਨੂੰ ਮਿਲਦੀਆਂ ਜੀ। ਜਿਵੇਂ ਕਿ
ਜਿਵੇਂ ਕਿ ਅੱਜ ਕੱਲ ਤਾਂ ਜਿਹੜੀ ਸਿਆਸਤ ਆ ਬਾਈ ਜੀ ਉਹ ਰਹਿ ਹੀ ਪੈਸੇ ਤੇ ਸਿਰ ਤੇ ਗਈ ਹੈ ਕਿ ਤੁਹਾਡੀ ਜੇਬ 'ਚ ਪੈਸਾ ਕਿੰਨਾ, ਤੁਹਾਡੇ ਅਕਾਊਂਟਾਂ 'ਚ ਪੈਸਾ ਕਿੰਨਾ, ਤੁਹਾਡੇ ਬਿਜ਼ਨਸ ਕਿੰਨੇ ਨੇ, ਤੁਹਾਡੇ ਹੋਟਲ ਕਿੰਨੇ ਨੇ, ਤੁਹਾਡੇ ਵਪਾਰ ਕਿੰਨੇ ਨੇ। ਇੱਥੋਂ ਸਿਆਸਤ ਸ਼ੁਰੂ ਹੁੰਦੀ ਹੈ ਜੀ ਅੱਜ ਕੱਲ੍ਹ। ਇਹ ਤਾਂ ਪਹਿਲਾਂ ਵੀ ਹੁੰਦਾ ਸੀਗਾ, ਪੈਸਾ ਕਿੰਨਾ ਆ, ਜਗ੍ਹਾ ਕਿੰਨੀ ਹੈ, ਜ਼ਮੀਨ ਕਿੰਨੀ ਖਰੀਦੀ ਹੋਈ ਹੈ। ਜੇ ਆਨੰਦ ਜੀ ਜੇ ਇਹ ਗੱਲ ਪਹਿਲਾਂ ਹੁੰਦੀ ਤਾਂ ਟੌੜਾ ਸਾਹਿਬ ਦਾ ਸਿਆਸਤ ਦੇ ਵਿੱਚ ਕੋਈ ਨਾਮ ਨਹੀਂ ਹੋਣਾ ਸੀ। ਟੌੜਾ ਸਾਹਿਬ ਕੋਲ ਟੋਟਲ 8 ਤੋਂ 10 ਕਿੱਲੇ ਸੀਗੇ ਜੀ। ਆਪ ਉਹ ਖੇਤੀ ਕਰਦੇ ਰਹੇ ਜੀ। ਜਦੋਂ ਉਹ ਰਾਜ ਸਭਾ ਮੈਂਬਰ ਸੀਗੇ ਜੀ ਉਦੋਂ ਵੀ ਉਹ ਆਪਣੇ ਹੱਥੀਂ ਖੇਤੀ ਕਰਦੇ ਹੁੰਦੇ ਸੀ ਜੀ। ਜਦੋਂ ਉਹਨਾਂ ਨੇ ਸੈਸ਼ਨ 'ਚ ਜਾਣਾ ਤਾਂ ਸੈਸ਼ਨ ਆਪਦਾ ਕੰਪਲੀਟ ਕਰਕੇ ਉਹਨਾਂ ਨੇ ਪਿੰਡ ਆਉਣਾ ਤੇ ਆਪਦੀ ਖੇਤੀ ਕਰਕੇ ਜਾਣੀ ਜੀ ਆਪਣੇ ਹੱਥਾਂ ਨਾਲ। ਤੇ ਅਸੀਂ ਤਾਂ ਉਹ ਸਿਆਸਤ ਨੂੰ ਜਾਣਦੇ। ਟੋੜਾ ਸਾਹਿਬ ਬਾਰੇ ਇਹ ਵੀ ਕਿਹਾ ਜਾਂਦਾ ਸੀ ਕਿ ਉਹਨਾਂ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਬੜੇ ਵਧੀਆ ਮਹਿਲ ਬਣਾ ਲਏ ਸੀਗੇ, ਸੋਨੇ ਦੀਆਂ ਟੁੱਟੀਆਂ ਕਹੀ ਜਾਂਦੀਆਂ ਸਾਂ ਕਿ ਉਹਨਾਂ ਦੇ ਘਰਾਂ ਲੱਗੀਆਂ ਹੋਈਆਂ ਸੀ। ਤਾਂ ਕਹਿ ਸਕਦੇ ਹੋ ਕਿ ਟੋੜਾ ਸਾਹਿਬ ਨੇ ਉਹ ਰਾਜਨੀਤੀ ਨਹੀਂ ਕੀਤੀ, ਪਰ ਰਾਜਨੀਤੀ ਉਹ ਚੱਲਦੀ ਸੀ ਉਸ ਵੇਲੇ ਵੀ ਜਿਹੜੀ ਅੱਜ ਚੱਲ ਰਹੀ ਹੈ, ਬਿਜ਼ਨਸ ਵਾਲੀ ਰਾਜਨੀਤੀ। ਬਿਲਕੁਲ ਬਾਈ, ਆਪਾਂ ਕਹਿ ਸਕਦੇ ਹਾਂ ਜੀ ਉਹਨਾਂ ਦੇ ਵੇਲੇ ਸਾਰਾ ਕੁਝ ਹੁੰਦਾ ਰਿਹਾ। ਪਰ ਜੋ ਟੌੜਾ ਸਾਹਿਬ ਨੇ ਸਿਆਸਤ ਕੀਤੀ ਜੀ ਉਹ ਪੈਸੇ ਤੋਂ ਬਹੁਤ ਕੋਹਾਂ ਦੂਰ ਹੈ ਜੀ। ਉਹਨਾਂ ਨੇ ਇਮਾਨਦਾਰੀ ਦੀ ਤੇ ਜਿੰਨਾ ਵੀ ਜਿਹੜਾ ਵਰਕਰ ਕੰਮ ਕਰਦਾ ਸੀ ਉਹਨੂੰ ਉਸ ਹਿਸਾਬ ਨਾਲ ਉਹ ਆਪਦੇ ਕੋਲ ਰੱਖਦੇ ਸੀ। ਜਿਹੜਾ ਜਿੰਨਾ ਯੂਥ 'ਚ ਕੰਮ ਕਰਦਾ ਤਾਂ ਉਹਨੂੰ ਉਹ ਯੂਥ 'ਚ ਕਰਦੇ, ਜਿੰਨਾ ਕੋਈ ਵੀ ਕਰਦਾ ਉਹਨਾਂ ਮਾਨ ਸਨਮਾਨ ਦਿੰਦੇ ਸੀ। ਤੇ ਹੁਣ ਜੇ ਆਪਾਂ ਦੇਖੀਏ ਤਾਂ ਅੱਜ ਕੱਲ੍ਹ ਉਹ ਬਿਲਕੁਲ ਡਿਫਰੈਂਟ ਹੈ ਜੀ। ਹੁਣ ਤਾਂ ਅਕਾਲੀ ਦਲ ਵੱਲੋਂ ਡਿਊਟੀਆਂ ਲੱਗਦੀਆਂ ਨੇ, ਜਿੱਦਾਂ ਦਾ ਅਹੁਦਾ ਹੈ ਓਡੇ ਅਹੁਦੇ ਲਈ ਉਹ ਪੈਸੇ ਐਜ਼ ਅ ਪਾਰਟੀ ਫੰਡ ਮੰਗਾਏ ਜਾਂਦੇ ਆ। ਤਾਂ ਹੁਣ ਤਾਂ ਟੋਟਲ ਸਿਨੈਰੀਓ ਇੱਕ ਅਕਾਲੀ ਦਲ ਨੂੰ ਤਾਂ ਇੱਕ ਕਾਰਪੋਰੇਟ ਫਰਮ ਵਾਂਗ ਚਲਾਇਆ ਜਾ ਰਿਹਾ ਜੀ। ਤੇ ਇਹ ਸਿਆਸਤ ਹੈ ਜੀ ਜਿਹੜੀ ਇਹ ਸਾਡੇ ਟੌੜਾ ਪਰਿਵਾਰ ਨੂੰ ਤਾਂ ਫਿੱਟ ਨਹੀਂ ਹੈਗੀ ਜੀ। ਤਾਂ ਹੀ ਉਹ ਸਿਆਸਤ ਨੂੰ ਅਸੀਂ ਛੱਡ ਕੇ ਮੈਂ ਆਪਣੀ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਜੀ। ਉਸ ਵੇਲੇ ਦੋ ਸੈਂਟਰਿਕ ਹੁੰਦੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਇੱਕ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਇੱਕ ਪਾਸੇ ਸਰਦਾਰ ਗੁਰਚਰਨ ਸਿੰਘ ਟੌੜਾ। ਵਿਚਾਰਾਂ ਦੇ ਵਖਰੇਵੇਂ ਬੜੇ ਸੀ, ਇੱਕ ਵਾਰ ਵੱਖਰੇ ਵੀ ਹੋ ਜਾਂਦੇ ਨੇ, ਬੜੀ ਵਾਰ ਵਿਚਾਰਾਂ ਦੇ ਵਖਰੇਵੇਂ ਕਰਕੇ ਆਪਸ ਦੇ ਵਿੱਚ ਪਾਰਟੀ ਦੇ ਵਿੱਚ ਦੇਖਣ ਨੂੰ ਮਿਲਦਾ ਸੀ। ਕੀ ਲੱਗਦਾ ਕੀ ਸੀ, ਪਰ ਉਸ ਵੇਲੇ ਪਾਰਟੀ ਯੂਨਾਈਟ ਸੀਗੀ। ਅੱਜ ਪਾਰਟੀ ਨੂੰ ਕਿੱਥੇ ਖੜਾ ਦੇਖਦੇ ਹੋ? ਸ਼੍ਰੋਮਣੀ ਅਕਾਲੀ ਦਲ ਤੁਸੀਂ ਕਿਹਾ ਕਿ ਉਹ ਉਸ ਤੋਂ ਅਸੀਂ ਵੱਖ ਹੋ ਗਏ ਹਾਂ, ਕਿਉਂ ਵੱਖ ਹੋਣਾ ਪੈ ਗਿਆ? ਜਿਹੜੀ ਪਾਰਟੀ ਆਪਣੇ ਖੂਨ ਪਸੀਨੇ ਨਾਲ ਸਿੰਜੀ ਹੋਵੇ, ਬਜ਼ੁਰਗਾਂ ਨੇ ਸਿੰਜੀ ਹੋਵੇ, ਪੁਰਖਿਆਂ ਨੇ ਸਿੰਜੀ ਹੋਵੇ, ਉਸ ਪਾਰਟੀ ਤੋਂ ਨਾਤਾ ਕਿਉਂ ਤੋੜਿਆ? ਉਹ ਆਨੰਦਪ੍ਰੀਤ ਜੀ ਉਹਦਾ ਇੱਕ ਬਹੁਤ ਵੱਡਾ ਕਾਰਨ ਜਿਹੜਾ ਹੈਗਾ ਉਹ ਇਹ ਹੈ ਕਿ ਟੌੜਾ ਸਾਹਿਬ ਦੀ ਡੈਥ ਤੋਂ ਬਾਅਦ 2004 ਤੋਂ ਬਾਅਦ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਨੇ, ਪਰ ਪੰਥਕ ਮੁੱਦਿਆਂ ਦੇ ਉੱਤੇ ਅਕਾਲੀ ਦਲ ਦੀ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ, ਸਗੋਂ ਪੰਥ ਦੇ ਅਗੇਂਸਟ ਹੀ ਫੈਸਲੇ ਲੈਂਦੇ ਰਹੇ। ਜਿਹਦੇ 'ਚ ਸਭ ਤੋਂ ਵੱਡਾ ਜੇ ਆਪਾਂ ਕਹੀਏ ਤਾਂ ਇਹਨਾਂ ਨੇ ਡੇਰਾ ਸੱਚੇ ਸੌਦੇ ਨੂੰ ਜਿਹੜੀ ਇਹਨਾਂ ਨੇ ਮਾਫੀ ਦਿੱਤੀ, ਉਹ ਪੰਥ ਦੇ ਬਿਲਕੁਲ ਅਗੇਂਸਟ ਸੀ। ਉਹ ਟੌੜਾ ਸਾਹਿਬ ਦੀ ਸੋਚ ਦੇ ਬਿਲਕੁਲ ਅਗੇਂਸਟ ਸੀ। ਦੇਖੋ ਤੁਸੀਂ ਕਿੰਨੀ ਹਾਸੋਹੀਣ ਸਥਿਤੀ ਸੀ ਉਹ, ਕਿ ਉਹਨੇ ਉਹ ਮਾਫੀ ਮੰਗੀ ਵੀ ਨਹੀਂ ਸੀ ਜਿਹੜੀ ਉਹਨੂੰ ਦਿੱਤੀ ਗਈ ਜੀ। ਜਿਹੜੀ ਚਿੱਠੀ ਅਕਾਲ ਤਖਤ ਤੇ ਆਉਂਦੀ ਹੈ ਤੇ ਉਹ ਸ਼ਰੇਆਮ ਕਹਿੰਦਾ ਕਿ ਮੈਂ ਤਾਂ ਚਿੱਠੀ ਕੋਈ ਭੇਜੀ ਹੋਈ ਨਹੀਂ। ਤੇ ਸਾਡਾ ਅਕਾਲੀ ਦਲ ਉਹਨਾਂ ਨੂੰ ਮਾਫੀ ਦਿੰਦਾ ਜੀ। ਤੇ ਉਸ ਤੋਂ ਬਾਅਦ ਦੇਖੋ ਤੁਸੀਂ ਉੱਥੇ ਕੋਟਕਪੂਰਾ ਬਾਈਬਲ ਕਾਂਡ ਕਿੰਨਾ ਵੱਡਾ ਉੱਥੇ ਰॉयट्स ਹੋਏ ਜੀ। ਤੇ ਉਹ 'ਚ ਵੀ ਉਦੋਂ ਵੀ ਅਕਾਲੀ ਦਲ ਦੀ ਪੂਰੀ 1 ਸਾਲ ਦੀ ਸਰਕਾਰ ਦੀ ਟਰਮ ਰਹਿੰਦੀ ਸੀ ਜੀ। ਉਹ 'ਚ ਵੀ ਉਹ ਕੋਈ ਫੈਸਲਾ ਨਹੀਂ ਦੇ ਸਕੇ ਕਿ ਉਹ ਕਿਹਨੇ ਕਰਾਇਆ, ਕਿਉਂ ਹੋਇਆ। ਇਹੀ ਗੱਲਾਂ ਕਰਕੇ ਜਿਹੜਾ ਸਾਡਾ ਪਰਿਵਾਰ ਹੈ ਅਕਾਲੀ ਦਲ ਦੀਆਂ ਪਾਲਿਸੀਆਂ ਕਰਕੇ, ਅਕਾਲੀ ਦਲ ਦੀਆਂ ਪਾਲਿਸੀਆਂ ਕੀ ਜੀ, ਸੁਖਬੀਰ ਬਾਦਲ ਦੀਆਂ ਪਾਲਿਸੀਆਂ ਕਰਕੇ। ਅਕਾਲੀ ਦਲ ਤਾਂ ਹੁਣ ਉਹ ਅਕਾਲੀ ਦਲ ਰਿਹਾ ਹੀ ਨਹੀਂ। ਹੁਣ ਤਾਂ ਉਹ ਇੱਕ ਸੁਖਬੀਰ ਬਾਦਲ ਦੀ ਫਰਮ ਹੈ ਜਿਹਦੇ ਨਾਲ ਉਹ ਬ੍ਰੈਕਟ 'ਚ ਬਾਦਲ ਲਿਖਦੇ ਨੇ। ਪਰ ਸ਼੍ਰੋਮਣੀ ਅਕਾਲੀ ਦਲ ਵਾਲੇ ਇਹ ਦਾਅਵਾ ਕਰਦੇ ਨੇ ਕਿ ਸਾਡੀ ਪਾਰਟੀ ਦੇ ਵਿੱਚ ਡੈਮੋਕ੍ਰੈਟਿਕ ਸਿਸਟਮ ਹੈ, ਕੋਰ ਕਮੇਟੀ ਹੈ, ਇਕੱਲੇ ਪ੍ਰਧਾਨ ਦੀ ਥੋੜ੍ਹਾ ਚੱਲਦੀ ਹੈ, ਸਾਰਿਆਂ ਦੀ ਚੱਲਦੀ ਹੈ ਪਾਰਟੀ 'ਚ। ਦੇਖੋ ਆਨੰਦਪ੍ਰੀਤ ਜੀ, ਜੇ ਇਕੱਲੇ ਪ੍ਰਧਾਨ ਦੀ ਨਾ ਚੱਲਦੀ ਹੋਵੇ ਤੇ ਡੈਮੋਕ੍ਰੇਸੀ ਨਾਲ ਚੱਲਦਾ ਹੋਵੇ, ਉਹ ਟਿਕਟਾਂ ਤਾਂ ਇਕੱਲੇ ਅਨਾਊਂਸ ਕਰਦੇ ਨਹੀਂ ਜੋ ਜਾ ਕੇ ਹਰ ਹਲਕੇ 'ਚ। ਤੁਹਾਨੂੰ ਲੱਗਦਾ ਕੋਰ ਕਮੇਟੀ ਦੀ ਕੋਈ ਨਹੀਂ ਪੁੱਛੀ ਹੁੰਦੀ? ਕੋਈ ਕੁਛ ਨਹੀਂ ਹੈਗੀ। ਦੱਸੋ ਕਦੋਂ ਕੋਰ ਕਮੇਟੀ 'ਚ ਬਹਿ ਕੇ ਉਹਨਾਂ ਨੇ ਫੈਸਲਾ ਲਿਆ ਹੋਵੇ? ਟਿਕਟਾਂ ਤਾਂ ਉਹ ਆਪ ਇਕੱਲੇ ਸਟੇਜਾਂ ਤੋਂ ਅਨਾਊਂਸ ਕਰਦੇ ਨੇ ਕਿ ਮੈਂ ਇਹਨੂੰ ਟਿਕਟ ਦੇਤੀ, ਅੱਜ ਤੋਂ ਬਾਅਦ ਇੱਥੇ ਇਹ ਲੜੂਗਾ। ਕੋਈ ਡੈਕੋਰਮ ਹੁੰਦਾ ਜੀ। ਕੋਰ ਕਮੇਟੀ ਕਾਹਦੇ ਵਾਸਤੇ ਜੇ ਤੁਸੀਂ ਇਕੱਲਿਆਂ ਨੇ ਟਿਕਟਾਂ ਅਨਾਊਂਸ ਕਰਨੀਆਂ ਨੇ?
ਤੁਸੀਂ ਕੋਰ ਕਮੇਟੀ ਸੱਦੋ, ਵਿਚਾਰ ਵਟਾਂਦਰਾ ਹੋਵੇ, ਉੱਥੇ ਬਹਿ ਕੇ ਤੁਸੀਂ ਪ੍ਰੈਸ ਰਿਲੀਜ਼ ਕਰੋ ਕਿ ਆ ਇੱਥੋਂ ਅੱਜ ਤੋਂ ਬਾਅਦ ਸਾਡਾ ਆਹ ਨੁਮਾਇੰਦਾ। ਇਹ ਤਾਂ ਸਟੇਜਾਂ 'ਤੇ ਖੜ ਕੇ ਅਨਾਊਂਸ ਕਰਦੇ ਨੇ ਜੀ। ਇੱਥੇ ਕਿਹੜੀ ਤੁਸੀਂ ਅਕਾਲੀ ਦਲ ਦੀ ਗੱਲ ਕਰਦੇ ਹੋ ਜੀ? ਇਹ ਤਾਂ ਬਾਦਲ ਅਕਾਲੀ ਦਲ ਰਹਿ ਗਿਆ ਜੀ ਇਕੱਲਾ। ਸਰਦਾਰ ਗੁਰਚਰਨ ਸਿੰਘ ਟੋੜਾ ਨੇ ਹਮੇਸ਼ਾ ਪੰਥਕ ਮਸਲਿਆਂ ਦੇ ਉੱਤੇ ਸਿਆਸਤ ਕੀਤੀ ਹੈ। ਕੰਵਰਵੀਰ ਸਿੰਘ ਟੋੜਾ ਕੀ ਸੋਚਦਾ ਹੈਗਾ? ਪੰਥਕ ਮਸਲਿਆਂ 'ਤੇ ਸਿਆਸਤ ਕਰਨਾ ਚਾਹੁੰਦਾ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਹੁਣ ਉਹ ਸਮਾਂ ਚੇਂਜ ਹੋ ਗਿਆ, ਹੁਣ ਥੋੜ੍ਹੀ ਸਿਆਸਤ ਵੀ ਚੇਂਜ ਹੋਣੀ ਚਾਹੀਦੀ ਹੈ? ਤੁਸੀਂ ਕੀ ਮੰਨਦੇ ਹੋ? ਦੇਖੋ ਅਨੰਦਪ੍ਰੀਤ ਜੀ, ਮੇਰੀ ਜੋ ਐਜੂਕੇਸ਼ਨ ਅਤੇ ਮੈਨੂੰ ਜੋ ਇੱਥੇ ਦਾ ਮਾਹੌਲ, ਜੋ ਵਾਤਾਵਰਨ, ਜੋ ਆਪਣਾ ਕਮਿਊਨਿਟੀ, ਜਿਹੜੀ 'ਚ ਮੇਰੀ ਅਪਬ੍ਰਿੰਗਿੰਗ ਹੋਈ ਹੈ, ਉਹ ਤਾਂ ਇਹ ਦੱਸਦੀ ਹੈ ਕਿ ਜਿਹੜਾ ਪੰਥ ਹੈ ਉਹੀ ਹਮੇਸ਼ਾ ਅੱਗੇ ਰਹਿਣਾ ਚਾਹੀਦਾ ਜੀ। ਜਿਹੜੀ ਮੇਰੀ ਰਾਜਨੀਤੀ ਹੈ ਉਹ ਹਮੇਸ਼ਾ ਪੰਥ ਦੇ ਨਾਲ ਹੀ ਹੋਊਗੀ ਅਤੇ ਪੰਥ ਦੇ ਨਾਲ ਨਾਲ ਜਿੰਨੀ ਵੀ ਇੱਥੇ ਜਿਹੜੀ ਹੁਣ ਸਾਡੀ ਯੂਥ ਨੂੰ ਲੋੜ ਹੈ ਜੀ, ਉਹ ਡਿਵੈਲਪਮੈਂਟ ਦੀ ਬਹੁਤ ਲੋੜ ਹੈ ਜੀ। ਪੰਜਾਬ ਬਹੁਤ ਪਿੱਛੇ ਜਾ ਚੁੱਕਿਆ, ਪਿਛੜ ਚੁੱਕਿਆ ਜੀ। ਅਤੇ ਹੁਣ ਆਪਾਂ ਨੂੰ ਡਿਵੈਲਪਮੈਂਟ ਦੀ ਲੋੜ ਹੈ, ਆਪਾਂ ਨੂੰ ਐਮਪਲੋਇਮੈਂਟ ਦੀ ਲੋੜ ਹੈ, ਆਪਾਂ ਨੂੰ ਇੰਡਸਟਰੀ ਦੀ ਲੋੜ ਹੈ, ਆਪਾਂ ਨੂੰ ਇੱਥੇ ਇਨਫਰਾਸਟਰਕਚਰ ਦੀ ਲੋੜ ਹੈ, ਜਿੱਥੇ ਤੇ ਕਿਤੇ ਨਾ ਕਿਤੇ ਪੰਜਾਬ ਉਸ ਚੀਜ਼ਾਂ 'ਚ ਬਹੁਤ ਜ਼ਿਆਦਾ ਪਛੜਦਾ ਜਾ ਰਿਹਾ ਜੀ। ਤੁਸੀਂ ਆਪਣਾ ਛੋਟਾ ਭਰਾ ਹਰਿਆਣਾ ਦੇਖ ਲਓ, ਉਹ ਅੱਜ ਦੀ ਡੇਟ 'ਚ ਉਹਨਾਂ ਦੀ GDP ਇੰਨੀ ਜ਼ਿਆਦਾ ਅੱਗੇ ਜਾ ਚੁੱਕੀ ਹੈ ਜੀ। ਕਿੱਥੇ ਉਹ ਪੰਜਾਬ ਤੋਂ ਪਿੱਛੇ ਹੁੰਦੇ ਸੀ। ਯੂਥ ਉੱਥੇ ਸਪੋਰਟਸ 'ਚ ਕਿੰਨਾ ਅੱਗੇ ਜਾ ਚੁੱਕਿਆ ਜੀ। ਕਿੱਥੇ ਸਾਡੇ ਯੂਥ ਸਾਡਾ ਸਪੋਰਟਸ 'ਚ ਅੱਗੇ ਹੁੰਦਾ ਸੀ। ਪਰ ਉਹਦੇ ਲਈ ਜ਼ਿੰਮੇਵਾਰ ਤੁਸੀਂ ਕਿਹਨੂੰ ਮੰਨਦੇ ਹੋ? ਪੋਲੀਟੀਕਲ ਕਲਾਸ ਨੂੰ ਜ਼ਿੰਮੇਵਾਰ ਮੰਨਦੇ ਹੋ ਜਾਂ ਉਹ ਸਿਸਟਮ ਨੂੰ ਜ਼ਿੰਮੇਵਾਰ ਮੰਨਦੇ ਹੋ? ਕਿਹਨੂੰ ਮੰਨਦੇ ਹੋ? ਦੇਖੋ, ਮੈਂ ਤਾਂ ਜਿਹੜੀ ਪੋਲੀਟੀਕਲ ਕਲਾਸ ਦਾ ਬਣਾਇਆ ਹੋਇਆ ਸਿਸਟਮ ਹੈ, ਮੈਂ ਉਹਨੂੰ ਜ਼ਿੰਮੇਵਾਰ ਸਮਝਦਾ ਜੀ। 10 ਸਾਲ ਅਕਾਲੀਆਂ ਦੀ ਸਰਕਾਰ ਰਹੀ ਜੀ, ਉਦੋਂ ਜਿਹੜਾ ਜਿੱਥੇ ਹੁਣ ਮੈਨੂੰ BJP ਨੇ ਨੁਮਾਇੰਦਾ ਬਣਾਇਆ ਜੀ ਅਮਲੋਹ ਦੇ ਵਿੱਚ, ਇਹ ਏਸ਼ੀਆ ਦੀ ਸਭ ਤੋਂ ਬਿਗੇਸਟ ਸਟੀਲ ਦੀ ਇੰਡਸਟਰੀ ਹੈ ਜੀ। ਉਹ 10 ਸਾਲਾਂ ਦੇ ਵਿੱਚ ਇਹਨਾਂ ਨੇ ਇੰਨੇ ਟੈਕਸ ਵਧਾਏ, ਮਜਬੂਰਨ ਲੋਕਾਂ ਨੂੰ ਇੱਥੋਂ ਫੈਕਟਰੀਆਂ ਬੰਦ ਕਰਨੀਆਂ ਪਈਆਂ ਜੀ। ਅਤੇ ਉਹ ਕੋਈ ਜਾ ਕੇ ਹਿਮਾਚਲ ਦੇ ਵਿੱਚ ਬੱਦੀ 'ਚ ਚਲਾ ਗਿਆ, ਕੋਈ ਗੁਜਰਾਤ ਚਲਾ ਗਿਆ। ਅਤੇ ਨੁਕਸਾਨ ਹੀ ਹੈ ਜੀ, ਜਦੋਂ ਇੱਥੋਂ ਫੈਕਟਰੀਆਂ ਜਾ ਰਹੀਆਂ ਅਤੇ ਇੱਥੋਂ ਇੰਪਲੋਇਮੈਂਟ ਜਾ ਰਹੀ ਹੈ ਜੀ। ਅਤੇ ਜੇ ਇਹੀ BJP ਦੀ ਸਰਕਾਰ ਬਣੂਗੀ ਜੀ, ਸਾਨੂੰ ਸੈਂਟਰ ਗਵਰਨਮੈਂਟ ਫੰਡਿੰਗ ਕਰੂਗੀ ਜੀ। ਇੰਡਸਟਰੀਅਲ ਪੈਕੇਜ ਅਸੀਂ ਉਹਨਾਂ ਤੋਂ ਡਿਮਾਂਡ ਕਰਾਂਗੇ ਕਿ ਸਾਨੂੰ ਗੋਬਿੰਦਗੜ੍ਹ ਨੂੰ ਤੁਸੀਂ ਇੰਡਸਟਰੀਅਲ ਪੈਕੇਜ ਦਿਓ, ਤਾਂ ਕਿ ਇੱਥੇ ਦੁਬਾਰਾ ਨਵੀਆਂ ਇੰਡਸਟਰੀਜ਼ ਆਉਣ, ਦੁਬਾਰਾ ਇੰਪਲੋਇਮੈਂਟ ਹੋਵੇ। ਨਹੀਂ, ਲੋਕ ਇਹ ਗੱਲ ਦਾ ਸਵਾਲ ਕਰਦੇ ਨੇ। ਲੋਕ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਗਠਬੰਧਨ ਰਿਹਾ ਹੈਗਾ BJP ਦਾ, 9 ਮਾਸ ਦਾ ਰਿਸ਼ਤਾ ਰਿਹਾ, ਉਦੋਂ ਕੋਈ ਮਾਡਲ ਕਿਉਂ ਨਹੀਂ ਸਥਾਪਿਤ ਕਰ ਪਾਈ BJP? ਤੁਹਾਨੂੰ ਕੀ ਲੱਗਦਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨਾਲ, ਇੱਧਰ ਪਰਮਿੰਦਰ ਢੀਂਡਸਾ, ਸੁਖਦੇਵ ਢੀਂਡਸਾ ਦੇ ਗਰੁੱਪ ਨਾਲ ਮਿਲ ਕੇ ਹੁਣ ਉਹ ਕੁਝ ਕਰ ਸਕਦੀ ਹੈ BJP ਜੋ ਪਹਿਲਾਂ ਨਹੀਂ ਕਰ ਪਾਈ? ਤੁਹਾਨੂੰ ਕੀ ਲੱਗਦਾ? ਉਹਦਾ ਅਨੰਦਪ੍ਰੀਤ ਜੀ, ਸਭ ਤੋਂ ਵੱਡਾ ਕਾਰਨ ਇਹ ਹੈ ਜੀ, ਜਿਹੜੇ ਉਦੋਂ ਅਕਾਲੀ ਦਲ ਦੇ ਮੋਢੀ ਜਿਹੜੇ ਹੁਣ ਵੀ ਨੇ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ, ਇਹਨਾਂ ਨੇ ਕਦੇ ਉੱਥੇ ਕੋਈ ਪੰਥ ਦੀ ਗੱਲ ਹੀ ਨਹੀਂ ਕਰੀ ਜੀ, ਕਦੇ ਪੰਜਾਬ ਦੀ ਕੋਈ ਗੱਲ ਹੀ ਨਹੀਂ ਕਰੀ ਜੀ। ਇਹਨਾਂ ਨੇ ਤਾਂ ਉੱਥੇ ਸਿਰਫ ਅਤੇ ਸਿਰਫ ਆਪਦੀਆਂ ਵਜ਼ੀਰੀਆਂ ਤੱਕ ਹੀ ਸੀਮਿਤ ਹੋ ਗਏ ਜੀ, ਕਿ ਵਜ਼ੀਰ ਅਸੀਂ ਬਣ ਜਾਈਏ, ਕਿ ਜਿਹੜੀ ਹਕੂਮਤ ਹੈ, ਜਿਹੜਾ ਗਵਰਨੈਂਸ ਹੈ, ਉਹ ਸਾਡੇ ਹੱਥ ਕਿਵੇਂ ਰਹੂਗੀ। ਦੇਖੋ, ਢੀਂਡਸਾ ਸਾਹਿਬ ਐਡੇ ਪੁਰਾਣੇ ਬੰਦੇ ਨੇ ਜੀ, ਉਹ ਰਾਜ ਸਭਾ ਮੈਂਬਰ ਸੀਗੇ ਜੀ। ਕੀ ਗੱਲ ਉਹਨਾਂ ਲਈ ਵਜ਼ੀਰੀ ਨਹੀਂ ਬਣਦੀ ਸੀ? ਉਹ ਵਜ਼ੀਰੀ ਇਕੱਲੀ ਹਰਸਿਮਰਤ ਬਾਦਲ ਤੱਕ ਕਿਉਂ ਰੁਕੀ ਜੀ ਆ ਕੇ? ਹਰਸਿਮਰਤ ਬਾਦਲ ਕੋਲ ਤਾਂ ਬਹੁਤ ਓਪਰਚੁਨਿਟੀ ਸੀ, ਬੜਾ ਲੰਬਾ ਸਮਾਂ ਪਿਆ ਸੀ। ਢੀਂਡਸਾ ਸਾਹਿਬ ਇੰਨੇ ਐਕਸਪੀਰੀਅੰਸਡ ਪੋਲੀਟੀਸ਼ੀਅਨ ਸੀਗੇ ਜੀ, ਉਹਨਾਂ ਨੂੰ ਕਿਉਂ ਨਹੀਂ ਵਜ਼ੀਰੀ ਮਿਲ ਸਕੀ ਜੀ? ਕਿਤੇ ਨਾ ਕਿਤੇ ਇਹ ਜਦੋਂ ਆਪਣੇ ਆਪ ਤੱਕ ਸੀਮਿਤ ਰਹਿ ਗਏ ਜੀ, ਤਾਂ ਇਹ ਸਾਰਾ ਨੁਕਸਾਨ ਹੋਇਆ ਜੀ। ਅਖੀਰਲੇ ਸਮੇਂ ਤੇ ਜਾ ਕੇ ਟੋੜਾ ਸਾਹਿਬ ਵੀ ਵੱਖ ਹੁੰਦੇ ਨੇ, ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਉਂਦੇ ਨੇ, ਤਾਂ ਕੀ ਲੱਗਦਾ ਗਾ ਅਖੀਰਲੇ ਸਮੇਂ ਤੇ ਜਾ ਕੇ ਉਹ ਸ਼੍ਰੋਮਣੀ ਅਕਾਲੀ ਦਲ ਬਾਰੇ ਕੀ ਸੋਚਦੇ ਸੀ, ਤੁਹਾਨੂੰ ਕੀ ਦੱਸਦੇ ਸੀ? ਕਿਉਂਕਿ ਬਹੁਤ ਸਾਰੀਆਂ ਗੱਲਾਂ ਉਹ ਜਨਤਕ ਕਰ ਦਿੰਦੇ ਸੀ, ਪਰ ਬਹੁਤ ਸਾਰੀਆਂ ਗੱਲਾਂ ਪਰਿਵਾਰ ਦੇ ਵਿੱਚ ਬੈਠ ਕੇ ਕਰਦੇ ਨੇ। ਅੱਜ ਉਹਨਾਂ ਦੇ ਜਾਣ ਤੋਂ ਬਾਅਦ ਕੀ ਉਹ ਗੱਲਾਂ ਕਰਦੇ ਸੀ, ਉਹ ਜੇ ਤੁਸੀਂ ਦੱਸ ਸਕੋ ਕੁਛ। ਅਨੰਦਪ੍ਰੀਤ ਜੀ, ਉਦੋਂ ਨਾ ਜੀ ਜੋ ਮਾਹੌਲ ਸੀਗਾ, ਜੋ ਮੈਂ ਦੇਖਿਆ 1997 ਮੈਂ 3rd ਕਲਾਸ 'ਚ ਸੀਗਾ ਜੀ, ਅਤੇ ਮੇਰੀ ਉਮਰ ਉਦੋਂ ਬਹੁਤ ਛੋਟੀ ਸੀਗੀ ਜੀ। ਅਤੇ ਜਿੰਨਾ ਕੁ ਮੈਂ ਜਾਣਿਆ ਜੀ ਉਸ ਸਮੇਂ ਨੂੰ, ਉਦੋਂ ਜਦੋਂ 97 ਦੇ ਵਿੱਚ ਅਕਾਲੀ ਗਵਰਨਮੈਂਟ ਬਣਦੀ ਹੈ ਜੀ, ਅਤੇ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀਗੇ ਜੀ, ਅਤੇ ਸਰਕਾਰ ਬਣਦੇ ਸਾਰ ਉਹ ਚੀਫ ਮਿਨਿਸਟਰ ਬਣੇ।
ਤੇ ਥੋੜੇ ਜਿਹੇ ਸਮੇਂ ਬਾਅਦ ਹੀ ਟੌੜਾ ਸਾਹਿਬ ਨੂੰ ਇਹ ਲੱਗਣ ਲੱਗ ਗਿਆ ਕਿ ਇੱਕ ਵਿਅਕਤੀ ਕੋਲ ਦੋ ਅਹੁਦੇ ਨਹੀਂ ਹੋਣੇ ਚਾਹੀਦੇ। ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਉਹਦੀਆਂ ਆਪਦੀਆਂ ਇੱਕ ਪੰਥ ਲਈ, ਅਕਾਲੀ ਦਲ ਲਈ ਕੁਝ ਡਿਊਟੀਆਂ ਨੇ, ਤੇ ਜੋ ਇੱਕ ਪੰਜਾਬ ਦਾ ਚੀਫ ਮਿਨਿਸਟਰ ਹੈ ਉਹਦੀਆਂ ਇੱਕ ਪੰਜਾਬ ਲਈ ਰਿਸਪੌਂਸਿਬਿਲਟੀਜ਼ ਤੇ ਡਿਊਟੀਆਂ ਅੱਡ ਨੇ। ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਬਾਦਲ ਸਾਹਿਬ ਤੁਸੀਂ ਇਹ ਜਿਹੜੀ ਅਕਾਲੀ ਦਲ ਦੀ ਪ੍ਰਧਾਨਗੀ ਹੈ ਇਹ ਤੁਸੀਂ ਕਿਸੇ ਆਪਣੇ ਬੰਦੇ ਨੂੰ ਦੇ ਦਿਓ ਚਾਹੇ, ਪਰ ਜਿਹੜੀ ਇਹ ਰਿਸਪੌਂਸਿਬਿਲਟੀ ਹੈ ਵੰਡੋ ਜੀ। ਕਿ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਤੁਹਾਨੂੰ ਵੇਟ ਕਰਦੇ ਰਹਿੰਦੇ ਨੇ ਤੇ ਤੁਸੀਂ ਪੰਜਾਬ ਸਰਕਾਰ ਦੇ ਕੰਮਾਂ 'ਚ ਵਿਅਸਤ ਰਹਿੰਦੇ ਹੋ। ਅਕਾਲੀ ਦਲ ਨੂੰ ਸਾਡਾ ਇੱਕ ਪ੍ਰਧਾਨ ਚਾਹੀਦਾ। ਤੇ ਉਦੋਂ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਿਆ ਕਿ ਜਾਂ ਉਹਨਾਂ ਦੇ ਬੰਦਿਆਂ ਨੂੰ ਇਹ ਲੱਗਿਆ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਆਪਦੇ ਲਈ ਪ੍ਰਧਾਨਗੀ ਮੰਗਦੇ ਨੇ। ਹਾਲਾਂਕਿ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਇੱਕ ਵਾਰ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਪਤਾ ਲੱਗਿਆ ਬਾਪੂ ਜੀ ਕਿ ਤੁਸੀਂ, ਤੁਹਾਡੇ 'ਚ ਇੰਨੀ ਸਮਰੱਥਾ ਹੈ ਕਿ ਤੁਸੀਂ ਚੀਫ ਮਿਨਿਸਟਰ ਬਣਾਉਣ ਦਾ ਦਮ ਰੱਖਦੇ ਹੋ ਜੀ। ਤੇ ਮੈਂ ਬਾਪੂ ਜੀ ਕਹਿੰਦਾ ਸੀ ਜੀ ਉਹਨਾਂ ਨੂੰ। ਤੇ ਉਹਨਾਂ ਨੇ ਮੈਨੂੰ ਨਾ ਜੀ ਇੱਕ ਉਲਟਾ ਕੁਐਸਚਨ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਫਿਰ ਤੁਸੀਂ ਆਪ ਸੀਐਮ ਕਿਉਂ ਨਹੀਂ ਬਣਦੇ? ਬਿਲਕੁਲ ਠੀਕ। ਤੇ ਮੈਨੂੰ ਉਹਨਾਂ ਨੇ ਨਾ ਜੀ, ਮੈਂ ਬੱਚਾ ਸੀ ਤੇ ਉਹਨਾਂ ਨੇ ਮੈਨੂੰ ਬੜੇ ਅੱਛੇ ਤੇ ਸਪਸ਼ਟ ਤਰੀਕੇ ਨਾਲ ਮੈਨੂੰ ਉਹਨਾਂ ਨੇ ਸਵਾਲ ਪੁੱਛਿਆ ਕਿ ਇੱਦਾਂ ਦੱਸ ਬੇਟੇ ਕਿ ਇੰਡੀਆ ਦੇ ਅੰਦਰ ਸਟੇਟਾਂ ਕਿੰਨੀਆਂ ਨੇ? ਤੇ ਮੈਂ ਉਸ ਟਾਈਮ ਨਾ ਜੀ 24 ਸਟੇਟਾਂ ਹੁੰਦੀਆਂ ਸੀ ਜੀ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ 24 ਸਟੇਟਾਂ ਨੇ। ਮੈਨੂੰ ਕਹਿੰਦੇ ਫਿਰ ਚੀਫ ਮਿਨਿਸਟਰ ਕਿੰਨੇ ਹੋਏ? ਮੈਂ ਕਿਹਾ ਜੀ 24। ਤੇ ਕਹਿੰਦੇ ਬੇਟੇ ਹੁਣ ਮੈਨੂੰ ਐਂ ਦੱਸ ਕਿ ਮੈਂ ਹੁਣ SGPC ਦਾ ਪ੍ਰਧਾਨ ਆ ਜਿਹੜਾ ਪੂਰੀ ਦੁਨੀਆ 'ਚ ਇੱਕ ਹੈ, ਬਿਲਕੁਲ, ਕਿ ਮੈਂ ਪੂਰੀ ਦੁਨੀਆ ਦਾ ਇੱਕੋ ਵਿਅਕਤੀ ਰਹਾਂ ਜਾਂ ਮੈਂ ਇੰਡੀਆ ਦੇ ਉਹ 24 ਵਿਅਕਤੀਆਂ 'ਚੋਂ ਇੱਕ ਰਹਾਂ? ਤੇ ਮੈਨੂੰ ਲੱਗਦਾ ਮੇਰੀ ਉਦੋਂ ਬੜੀ ਛੋਟੀ ਉਮਰ ਸੀ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬਾਪੂ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਆਪਾਂ ਤਾਂ ਉਹ ਬੰਦੇ ਹੋਣੇ ਚਾਹੀਦੇ ਜਿਹੜੇ ਇੱਕ ਹੈ ਜੀ। ਇੱਦਾਂ ਦੀ ਸ਼ਖਸੀਅਤ ਦੇ ਉਹ ਮਾਲਕ ਸੀ ਜੀ। ਬੜਾ ਗਰਾਊਂਡ ਲੈਵਲ 'ਤੇ ਜਾ ਕੇ ਉਹਨਾਂ ਨੇ ਹਰ ਗੱਲ ਸੁਣਨੀ, ਹਰ ਗੱਲ ਦੇਖਣੀ। ਸਵੇਰੇ ਇਸ਼ਨਾਨ ਕਰਕੇ ਗੁਰੂ ਘਰ ਮੱਥਾ ਟੇਕ ਕੇ 4 ਵਜੇ 5 ਵਜੇ ਉਹ ਲੋਕਾਂ ਨੂੰ ਮਿਲ ਕੇ 5:30 6 ਵਜੇ ਜੀ ਉਹਨਾਂ ਨੇ ਘਰੋਂ ਤੁਰ ਪੈਣਾ। ਤੇ ਉਹਨਾਂ ਦੀ ਜ਼ਿੰਦਗੀ ਦਾ ਇਹ ਰਿਕਾਰਡ ਸੀ ਆਨੰਦਪ੍ਰੀਤ ਜੀ ਕਿ ਉਹਨਾਂ ਕਿਤੇ ਵੀ ਜਾਣਾ ਜੀ, ਦਿੱਲੀ ਜਾਣਾ, JNK ਜਾਣਾ, ਅੰਮ੍ਰਿਤਸਰ ਜਾਣਾ, ਤੇ ਉਹਨਾਂ ਨੇ ਰੋਜ਼ ਰਾਤ ਨੂੰ ਘਰੇ ਵਾਪਸ ਆ ਜਾਣਾ। ਉਹ ਕਦੇ ਬਾਹਰ ਸਟੇ ਨਹੀਂ ਕਰਦੇ ਸੀ। ਮੈਂ ਇਹ ਵੀ ਪੁੱਛਿਆ ਸੀ ਜੀ ਉਹਨਾਂ ਨੂੰ। ਅੱਛਾ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੇਰਾ ਘਰੇ ਆਉਣ ਦਾ ਸਭ ਤੋਂ ਵੱਡਾ ਕਾਰਨ ਹੈ ਮੇਰੇ ਆਲੇ ਦੁਆਲੇ ਜਿਹੜਾ ਮੇਰਾ ਲੋਕ, ਮੇਰੇ ਵਰਕਰ, ਮੇਰਾ ਪਰਿਵਾਰ ਰਹਿੰਦਾ ਹੈ, ਕਿ ਮੈਂ ਉਹਨਾਂ ਨੂੰ ਰੋਜ਼ ਮਿਲਾਂ, ਕਿ ਮੈਨੂੰ ਰੋਜ਼ ਦੀ ਪੰਜਾਬ ਦੀ ਅਪਡੇਟ ਮੇਰੇ ਕੋਲ ਹੋਣੀ ਚਾਹੀਦੀ ਹੈ ਕਿ ਅੱਜ ਸਵੇਰੇ ਕਿੱਥੇ ਕੀ ਹੋਇਆ, ਕਿਹਦੇ ਘਰ 'ਚ ਕੀ ਮੁਸੀਬਤ ਆਈ ਜਾਂ ਕੀ ਅੱਛਾ ਸ਼ਗਨ ਹੋਇਆ, ਕਿ ਮੈਂ ਉੱਥੇ ਜਾ ਕੇ ਖੜਾ ਉਹਨਾਂ ਦੇ ਕੋਲ ਜਾਵਾਂ। ਤੇ ਕਿਤੇ ਨਾ ਕਿਤੇ ਜਿਹੜੀ ਇਹ ਪਰਿਵਾਰਕ, ਮੈਂ ਤਾਂ ਇਹ ਕਹੂੰਗਾ ਜਿਹੜੀ ਸਾਡੀ ਸਿਆਸਤ ਰਹੀ ਹੈ ਉਹ ਇਹੀ ਰਹੀ ਹੈ ਕਿ ਅਸੀਂ ਜਿਹਦੇ ਨਾਲ ਵੀ ਵਰਤਿਆ ਸੀ ਪਰਿਵਾਰਕ ਤੌਰ 'ਤੇ ਹੀ ਵਰਤਿਆ, ਅਸੀਂ ਕਦੇ ਕਿਸੇ ਨਾਲ ਸਿਆਸੀ ਤੌਰ 'ਤੇ ਨਹੀਂ ਵਰਤਿਆ। ਤੇ ਕਿਤੇ ਨਾ ਕਿਤੇ ਇਹੀ ਬਾਦਲਾਂ ਲਈ ਬਹੁਤ ਵੱਡਾ ਡਰ ਹੈ, ਕਿਉਂਕਿ ਅਸੀਂ ਪਰਿਵਾਰਕ ਤੌਰ 'ਤੇ ਹੀ ਵਰਤਦੇ ਹਾਂ ਜੀ, ਜਿਹਦੇ ਨਾਲ ਵਰਤਦੇ ਹਾਂ। ਤੇ ਉਹ ਵਰਤਦੇ ਨੇ ਸਿਆਸੀ ਤੌਰ 'ਤੇ, ਪੈਸੇ ਤੌਰ 'ਤੇ। ਤੇ ਜਿਹੜੀ ਸਾਡੀ ਸਾਂਝ ਹੈ ਜੀ, ਤੇ ਅਸੀਂ ਇਸੇ ਗੱਲ ਕਰਕੇ ਟੌੜਾ ਸਾਹਿਬ ਦੀ ਅੱਜ ਡੈਥ ਨੂੰ ਜੀ 2004 'ਚ ਉਹਨਾਂ ਦੀ ਡੈਥ ਹੋਈ ਸੀ ਜੀ, 17 ਸਾਲ ਹੋ ਗਏ, ਤਾਂ ਅੱਜ ਵੀ ਲੋਕ ਉਹਨਾਂ ਨੂੰ ਉਵੇਂ ਹੀ ਯਾਦ ਕਰਦੇ ਨੇ। ਉਹਦਾ ਕਾਰਨ ਹੈ ਜੀ ਕਿਉਂਕਿ ਅਸੀਂ ਪਰਿਵਾਰਕ ਤੌਰ 'ਤੇ ਹੀ ਵਰਤਦੇ ਹਾਂ ਜੀ। ਅਸੀਂ ਹਰ ਦੇ ਦੁੱਖ ਸੁੱਖ 'ਚ ਜਾ ਕੇ ਖੜਦੇ ਹਾਂ। ਤੇ ਜਿੰਨੇ ਵੀ ਟੌੜਾ ਸਾਹਿਬ ਦੇ ਲਾ ਲਓ, ਬੱਚੇ ਲਾ ਲਓ, ਪਰਿਵਾਰ ਲਾ ਲਓ, ਉਹ ਸਾਰਾ ਸਾਡੇ ਨਾਲ ਉਵੇਂ ਹੀ ਖੜਦਾ ਜੀ। ਅੱਜ ਵੀ ਸਾਡੇ ਨਾਲ ਉਵੇਂ ਹੀ ਖੜਾ, ਚਾਹੇ ਕੋਈ ਕੈਨੇਡਾ 'ਚ ਹੈ, ਚਾਹੇ ਕੋਈ ਅਮਰੀਕਾ 'ਚ ਹੈ, ਚਾਹੇ ਕੋਈ ਇੰਡੀਆ ਦੇ ਅੰਦਰ ਕਿਸੇ ਖੂੰਜੇ 'ਚ ਹੈ ਜੀ। ਤਾਂ ਜਦੋਂ ਮੈਂ BJP ਜੁਆਇਨ ਕਰੀ ਤਾਂ ਮੈਨੂੰ ਬਹੁਤ ਲੋਕਾਂ ਦੇ, ਗੁਰਸਿੱਖ ਬੰਦਿਆਂ ਦੇ, ਜਿਨ੍ਹਾਂ ਨੇ SGPC 'ਚ ਕੰਮ ਵੀ ਕੀਤਾ ਟੌੜਾ ਸਾਹਿਬ ਨਾਲ, ਉਹਨਾਂ ਨੇ ਫੋਨ ਕਰਕੇ ਵਧਾਈਆਂ ਦਿੱਤੀਆਂ ਜੀ ਮੈਨੂੰ ਕਿ ਬੇਟੇ ਤੂੰ ਬਹੁਤ ਵਧੀਆ ਫੈਸਲਾ ਲਿਆ।
ਤੇ ਮੈਂ ਤਾਂ ਇਦਾਂ ਹੀ ਲੰਬੇ ਸਮੇਂ ਤੱਕ ਮੈਂ ਟੌੜਾ ਸਾਹਿਬ ਦੀ ਸੋਚ ਤੇ ਇਮਾਨਦਾਰੀ ਨਾਲ ਮੈਂ ਪੰਥ ਦੀ ਸੇਵਾ ਕਰੂੰ। ਮੈਨੂੰ ਇੱਕ ਗੱਲ ਸਮਝਾਓ, ਮੈਂ ਨਾ ਕਿਤੇ ਇਹ ਗੱਲ ਸੁਣੀ ਸੀਗੀ, ਇਹਨੂੰ ਗੱਲ ਦਰੁਸਤ ਤੁਸੀਂ ਕਰ ਦਿਓ ਕਿ ਅਕਾਲੀ ਦਲ ਨੇ ਜਦੋਂ ਭਾਜਪਾ ਨਾਲ ਗਠਬੰਧਨ ਕੀਤਾ ਸੀਗਾ ਉਸ ਗੱਲ ਤੋਂ ਟੌੜਾ ਸਾਹਿਬ ਬਹੁਤੇ ਖੁਸ਼ ਨਹੀਂ ਸੀ। ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ ਬਾਈ ਜੀ, ਮੈਨੂੰ ਵੈਸੇ ਜ਼ਿਆਦਾ ਇਸ ਗੱਲ ਬਾਰੇ ਪਤਾ ਨਹੀਂ ਤੇ ਮੈਂ ਇਸ ਬਾਰੇ ਕੁਝ ਕਹਿ ਵੀ ਨਹੀਂ ਸਕਦਾ, ਪਰ ਕਿਤੇ ਨਾ ਕਿਤੇ ਉਹਨਾਂ ਦਾ ਹਮੇਸ਼ਾ ਮਨ ਰਿਹਾ ਕਿ ਆਪਾਂ ਪੰਥ ਲਈ ਫੈਸਲੇ ਲਈਏ, ਪੰਥ ਦੀ ਚੜ੍ਹਦੀ ਕਲਾ ਲਈ ਲਈਏ। ਪਰ ਮੈਨੂੰ ਇਹ ਵੀ ਜੋ ਮੈਨੂੰ ਨੌਲੇਜ ਆ ਉਹ ਇਹ ਹੈ ਕਿ ਜਦੋਂ ਬੀਜੇਪੀ ਨਾਲ ਅਲਾਈਅੰਸ ਹੋ ਜਾਂਦਾ ਉਹ ਤੋਂ ਬਾਅਦ ਜੇ ਕਿਸੇ ਦੀ ਪੰਜਾਬ 'ਚੋਂ ਸਭ ਤੋਂ ਵੱਧ ਨੇੜਤਾ ਰਹੀ ਹੈ ਤਾਂ ਉਹ ਜਥੇਦਾਰ ਗੁਰਚਰਨ ਸਿੰਘ ਟੌੜਾ ਹੀ ਰਹੇ ਨੇ, ਜਿਨ੍ਹਾਂ ਦੀ ਸ਼੍ਰੀ ਅਟਲ ਜੀ ਨਾਲ, ਸ਼੍ਰੀ ਅਡਵਾਨੀ ਜੀ ਨਾਲ ਸਭ ਤੋਂ ਵੱਧ ਨੇੜਤਾ ਉਹਨਾਂ ਨਾਲ ਰਹੀ ਹੈ। ਤੇ ਮੈਂ ਜਦੋਂ ਉਹਨਾਂ ਦੀਆਂ ਨੇੜਤਾ ਦੀਆਂ ਗੱਲਾਂ ਸੁਣਦਾ ਕਿ ਸ਼੍ਰੀ ਅਟਲ ਜੀ ਨੇ, ਸ਼੍ਰੀ ਅਡਵਾਨੀ ਜੀ ਨੇ ਕਿ ਟੌੜਾ ਸਾਹਿਬ ਦੀ ਆਹ ਗੱਲ ਸੁਣ ਕੇ ਇੱਦਾਂ ਫੈਸਲਾ ਲਿਆ, ਤੇ ਉਹਦੇ ਨਾਲ ਤਾਂ ਮੈਨੂੰ ਇਹ ਲੱਗਦਾ ਕਿ ਸ਼ਾਇਦ ਇਹ ਗੱਲ ਮੈਨੂੰ ਵਾਜਬ ਨਹੀਂ ਲੱਗਦੀ ਕਿ ਉਹਨਾਂ ਨੇ ਰੋਕਿਆ ਹੋਊਗਾ। ਅੱਛਾ, ਕੰਵਰਪਾਲ ਸਿੰਘ ਕੰਵਰਵੀਰ ਸਿੰਘ ਕੀ ਸੋਚਦਾ ਹੈਗਾ ਸਿਆਸਤ ਨੂੰ ਬੀਜੇਪੀ ਦੀ ਬੇੜੀ 'ਚ ਸਵਾਰ ਹੋ ਕੇ ਹੁਣ ਸਿਆਸਤ ਦਾ ਜਿਹੜਾ ਮਿਜ਼ਾਜ ਹੈ ਉਹ ਬਦਲਿਆ, ਜਾਂ ਫਿਰ ਤੁਹਾਨੂੰ ਉਸੇ ਤਰੀਕੇ ਨਾਲ ਲੱਗਦਾ ਜੋ ਤੁਸੀਂ ਪਹਿਲਾਂ ਸੋਚਦੇ ਸੀ ਕਿ ਤੁਹਾਨੂੰ ਲੱਗਿਆ ਕਿ ਬੀਜੇਪੀ ਦੇ ਵਿੱਚ ਆਉਣ ਨਾਲ ਉਹ ਸਹੀ ਜਾਊਗਾ ਤੁਹਾਡਾ ਟਰੈਕ? ਹਾਂਜੀ, ਬਿਲਕੁਲ ਸਹੀ ਜਾਊਗਾ ਜੀ। ਦੇਖੋ, ਮੈਂ ਪਿੱਛੇ ਜੇ ਅਸ਼ਵਨੀ ਸ਼ਰਮਾ ਜੀ ਕੋਲ ਗਿਆ ਸੀ, ਸਾਡੇ ਬੀਜੇਪੀ ਦੇ ਪ੍ਰਧਾਨ ਨੇ, ਤੇ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਉਹਨਾਂ ਕੋਲ ਗਿਆ ਤੇ ਉਹਨਾਂ ਨੇ ਮੈਨੂੰ ਜਥੇਦਾਰ ਜੀ ਕਹਿ ਕੇ ਬੁਲਾਇਆ ਕਿ ਆਓ ਜਥੇਦਾਰ ਜੀ। ਤੇ ਮੈਂ ਇਹ ਜਥੇਦਾਰ ਜਿਹੜਾ ਸ਼ਬਦ ਆ ਕਦੇ ਸੁਖਬੀਰ ਸਿੰਘ ਬਾਦਲ ਦੇ ਮੂੰਹੋਂ ਸੁਣਿਆ ਹੀ ਨਹੀਂ ਕਿ ਹੁਣੇ ਕਦੇ ਕਿਸੇ ਆਪਦੇ ਅਕਾਲੀ ਦਲ ਦੇ ਵਰਕਰ ਨੂੰ ਜਥੇਦਾਰ ਜੀ ਕਹਿ ਕੇ ਬੁਲਾਇਆ ਹੋਵੇ। ਅਕਾਲੀ ਦਲ 'ਚ ਉਹ ਗੱਲਾਂ ਹੀ ਨਹੀਂ ਰਹੀਆਂ ਜੀ। ਤੇ ਬੀਜੇਪੀ ਦੀ ਜਿਹੜੀ ਪੋਲਿਟਿਕਸ ਹੈ ਜੀ, ਇਹਨਾਂ ਨੇ ਹਮੇਸ਼ਾ ਰਾਸ਼ਟਰ ਹਿੱਤ ਦੀਆਂ ਗੱਲਾਂ ਕਰੀਆਂ ਨੇ, ਤੇ ਜਿਹੜੇ ਕੌਮ ਨੂੰ ਆਪਾਂ ਬਿਲੋਂਗ ਕਰਦੇ ਹਾਂ ਜੀ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਰਾਸ਼ਟਰ ਦੇ ਹਿੱਤ ਲਈ ਸ਼ਹਾਦਤਾਂ ਦਿੱਤੀਆਂ ਨੇ ਜੀ। ਸਾਨੂੰ ਤਾਂ ਕੌਮ ਹੀ ਇਹ ਸਿਖਾਉਂਦੀ ਹੈ ਕਿ ਅਸੀਂ ਆਪਣੇ ਰਾਸ਼ਟਰ ਦੇ ਹਿੱਤ ਲਈ ਫੈਸਲੇ ਲੈਣੇ। ਤੇ ਮੇਰੇ ਜਿਹੜਾ ਦੇਖੋ ਟੌੜਾ ਸਾਹਿਬ ਦਾ ਤਾਂ ਬਹੁਤ ਵੱਡਾ ਨਾਮ ਹੈ ਜੀ। ਮੇਰੇ ਨਾਨਾ ਜੀ ਨੇ, ਮੇਰੇ ਦਾਦਾ ਜੀ ਜਥੇਦਾਰ ਗੁਰਬਖਸ਼ ਸਿੰਘ ਥੂਹੀ, ਉਹ ਜਿਹੜਾ ਵਤਨ ਰਹੇ ਨੇ, ਉਹ ਫਰੀਡਮ ਫਾਈਟਰ ਨੇ ਜੀ। ਉਹਨਾਂ ਨੇ ਵੀ ਅੰਗਰੇਜ਼ਾਂ ਨਾਲ ਫਾਈਟ ਕੀਤਾ ਜੀ ਬਹੁਤ ਜ਼ਿਆਦਾ, ਤੇ ਕਾਲੇ ਪਾਣੀ ਦੀ ਸਜ਼ਾ ਕੱਟੀ ਹੈ ਜੀ ਉਹਨਾਂ ਨੇ, ਜ਼ਮੀਨਾਂ ਕੁਰਕ ਕਰਾਈਆਂ ਨੇ ਜੀ। ਤੇ ਸਾਡੀ ਤਾਂ ਘੱਟੋ ਘੱਟ 80-90 ਸਾਲ ਹੋ ਗਏ ਸਾਨੂੰ ਤਾਂ ਅਸੀਂ ਸੰਘਰਸ਼ ਕਰਨ ਲੱਗੇ ਹੋਏ ਹਾਂ ਲੋਕਾਂ ਦੇ ਹਿੱਤ ਲਈ, ਦੇਸ਼ ਦੇ ਹਿੱਤ ਲਈ, ਕੌਮ ਦੇ ਹਿੱਤ ਲਈ, ਤੇ ਇਦਾਂ ਹੀ ਸੰਘਰਸ਼ ਜਾਰੀ ਰੱਖ। ਜਦੋਂ ਬੀਜੇਪੀ 'ਚ ਗਏ, ਅਸ਼ਵਨੀ ਸ਼ਰਮਾ ਨੂੰ ਤੁਸੀਂ ਮਿਲੇ ਜਾਂ ਫਿਰ ਸੈਂਟਰ ਦੀ ਲੀਡਰਸ਼ਿਪ ਤੇ ਨਾਲ ਤੁਸੀਂ ਸ਼ਾਮਲ ਹੋਏ ਹੋ, ਉਹਨਾਂ ਨੇ ਸ਼ਾਮਲ ਕਰਵਾਇਆ ਤੁਹਾਨੂੰ, ਉਦੋਂ ਤੁਸੀਂ ਉਹਨਾਂ ਸਾਹਮਣੇ ਕੀ ਮੰਗਾਂ ਰੱਖੀਆਂ ਸਨ, ਜਾਂ ਉਹਨਾਂ ਨੇ ਤੁਹਾਨੂੰ ਕੀ ਭਰੋਸਾ ਦਿਵਾਇਆ ਕਿ ਤੁਹਾਨੂੰ ਲੱਗਿਆ ਕਿ ਆਹ ਮੰਗਾਂ ਮੇਰੀਆਂ ਸੀ, ਇਹਨੂੰ ਬੀਜੇਪੀ ਪੂਰੀ ਕਰ ਸਕਦੀ ਹੈ ਕਿਉਂਕਿ ਸੈਂਟਰ ਦੇ ਵੀ ਸਰਕਾਰ ਉਹਨਾਂ ਦੀ ਹੈ? ਕਿਹੜੀਆਂ ਮੰਗਾਂ ਸੀ ਉਹ? ਮੇਰੀ ਤਾਂ ਸਿਰਫ ਇੱਕੋ ਮੰਗ ਸੀ ਜੀ ਕਿ ਜਿਸ ਟੌੜਾ ਲੈਗਸੀ ਨੂੰ ਮੈਂ ਬਿਲੋਂਗ ਕਰਦਾ ਜੀ, ਮੈਂ ਪੰਥਕ ਇਸ਼ੂ ਨੇ ਜਿਹੜੇ ਉਹ ਮੈਂ ਚੱਕਦਾ ਰਹੂੰਗਾ। ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਜਿਹੜੇ ਗੁਰਸਿੱਖ ਪਰਿਵਾਰ ਨੇ ਸਾਡੇ ਨਾਲ ਜੁੜਨ, ਤਾਂ ਕਿ ਸਾਨੂੰ ਜੋ ਪੰਥ ਦੀਆਂ ਅਸਲੀ ਗੱਲਾਂ ਨੇ ਸਾਨੂੰ ਪਤਾ ਲੱਗਣ, ਤੇ ਅਸੀਂ ਉਹ ਤੁਸੀਂ ਸਾਨੂੰ ਗਾਈਡ ਕਰੋ, ਤੁਸੀਂ ਸਾਨੂੰ ਦੱਸੋ, ਤੇ ਅਸੀਂ ਅੱਗੇ ਹੋ ਕੇ ਉਹ ਫੈਸਲੇ ਲਈਏ। ਹੁਣ ਜੇ ਤੁਸੀਂ ਰੀਸੈਂਟਲੀ ਗੱਲ ਕਰੋ, 26 ਦਸੰਬਰ ਨੂੰ ਵੀਰ ਬਾਲ ਦਿਵਸ ਅਨਾਉਂਸ ਕੀਤਾ ਜਾਂਦਾ ਜੀ। ਤੁਸੀਂ ਦੇਖੋ ਆਪਣੇ ਸਿੱਖਾਂ ਲਈ ਕਿੰਨੀ ਵੱਡੀ ਗੱਲ ਹੈ। ਹਾਲਾਂਕਿ ਦੇਖੋ ਕਿੱਥੇ ਤਾਂ ਉਹ ਸ਼ਹਾਦਤ ਇੱਕ ਮਾਲਵਾ ਰੀਜਨ ਤੱਕ ਸੀਮਿਤ ਸੀ, ਮਾਲਵੇ ਦੇ ਲੋਕ ਹੀ ਉੱਥੇ ਜਾ ਕੇ ਮੱਥਾ ਟੇਕਦੇ ਸੀ। ਤਾਂ ਅੱਜ ਉਹ 26 ਦਸੰਬਰ ਨੂੰ ਵੀਰ ਬਾਲ ਦਿਵਸ ਉਹਨਾਂ ਨੇ ਅਨਾਉਂਸ ਕੀਤਾ, ਪੂਰੇ ਇੰਡੀਆ 'ਚ ਪਤਾ ਲੱਗੂਗਾ ਜੀ ਕਿ ਸਾਡੇ 4 ਸਾਹਿਬਜ਼ਾਦਿਆਂ ਦੀ ਕੀ ਕੁਰਬਾਨੀਆਂ ਸੀ, ਸਾਡੇ ਪੰਥ ਦੀ ਕੀ ਕੁਰਬਾਨੀ ਸੀ। ਅੱਛਾ, ਪੰਥਕ ਚਿਹਰੇ ਜ਼ਿਆਦਾਤਰ ਬੀਜੇਪੀ ਦੇ ਵਿੱਚ ਜਾ ਰਹੇ ਨੇ ਜਾਂ ਬੀਜੇਪੀ ਉਹਨਾਂ ਨੂੰ ਆਪਣੇ ਪਾਰਟੀ ਦੇ ਵਿੱਚ ਲੈ ਰਹੀ ਹੈ, ਤੁਹਾਨੂੰ ਕੀ ਲੱਗਦਾ ਕਿ ਪੰਥਕ ਚਿਹਰਿਆਂ ਦੀ ਰਾਜਨੀਤੀ ਨੂੰ ਬੀਜੇਪੀ ਕਿਸ ਤਰੀਕੇ ਨਾਲ ਵਰਤੇਗੀ? ਰਣਨੀਤੀ ਕੀ ਹੈ ਬੀਜੇਪੀ ਦੀ? ਕਿਉਂਕਿ ਤੁਸੀਂ ਬੀਜੇਪੀ ਦੇ ਸਿਆਸੀ ਗਲੈਰਾਂ ਦੇ ਵਿੱਚ ਵਿਚਰ ਰਹੇ ਹੋ, ਕੀ ਲੱਗਦਾ ਕੀ ਹੈ, ਕੀ ਕਰਨ ਜਾ ਰਹੀ ਹੈ ਬੀਜੇਪੀ? ਤੇ ਉਹਨਾਂ ਦਾ ਦੇਖੋ ਜਿਹੜਾ ਮੇਨ ਪ੍ਰਾਈਮ ਮੋਟਿਵ ਜਿਹੜਾ ਹੈਗਾ ਜੀ, ਉਹ ਇਹੀ ਹੈ ਕਿ ਸਾਨੂੰ ਅਸਲੀ ਜਿਹੜੇ ਪੰਥਕ ਮਸਲੇ ਨੇ ਉਹ ਸਾਨੂੰ ਪਤਾ ਲੱਗ ਸਕਣ, ਤਾਂ ਕਿ ਅਸੀਂ ਮੂਹਰੇ ਹੋ ਕੇ ਪੰਥ ਲਈ, ਸਿੱਖੀ ਲਈ ਅਸੀਂ ਵਧੀਆ ਫੈਸਲੇ ਲਈਏ। ਇਹੀ ਉਹਨਾਂ ਦਾ ਮੇਨ ਮੋਟਿਵ ਹੈ ਜੀ।
ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉੱਠ ਰਿਹਾ ਹੈਗਾ, ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਮਸਲੇ ਨੇ ਸਿੱਖਾਂ ਨੂੰ ਲੈ ਕੇ, ਮਨਜਿੰਦਰ ਸਿੰਘ ਸਿਰਸਾ ਗਏ ਨੇ, ਇਸੇ ਤਰੀਕੇ ਨਾਲ ਦਮਦਮੀ ਟਕਸਾਲ ਦੇ ਜਿਹੜੇ ਸਪੋਕਸਪਰਸਨ ਨੇ ਉਹ ਗਏ ਨੇ, ਹੋਰ ਬਹੁਤ ਵੱਡੇ ਵੱਡੇ ਪੰਥਕ ਚਿਹਰਿਆਂ ਦੇ ਨਾਮ ਹੈ, ਤੁਹਾਡਾ ਬਹੁਤ ਵੱਡਾ ਨਾਮ ਹੈ, ਤੁਹਾਡੇ ਫੈਮਿਲੀ ਦੀ ਲੈਗੇਸੀ ਹੈ, ਤੁਸੀਂ ਵੀ ਬੀਜੇਪੀ ਸ਼ਾਮਲ ਹੋਏ ਹੋ। ਕੀ ਲੱਗਦਾ ਕੀ ਹੈ ਬੀਜੇਪੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕੁਝ ਕਰਨ ਜਾ ਰਹੀ ਹੈ ਸਿੱਖਾਂ ਦੇ ਲਈ, ਕੁਝ ਖਾਸ, ਕੁਝ ਵੱਡਾ, ਜੋ ਤੁਸੀਂ ਪ੍ਰਾਈਮ ਏਸ਼ੀਆ ਦੇ ਜ਼ਰੀਏ ਦੱਸਣਾ ਚਾਹੋ ਦਰਸ਼ਕਾਂ ਨੂੰ? ਬਾਈ ਜੀ ਦੇਖੋ, ਹੁਣ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਜੀ ਕੋਡ ਆਫ ਕੰਡਕਟ ਕਰਕੇ। ਲੀਡਰ ਬਣ ਗਏ ਹੁਣ ਤੁਸੀਂ? ਨਹੀਂ, ਲੀਡਰ ਨਹੀਂ ਬਾਈ ਜੀ, ਪਤਾ ਕੁਝ ਪ੍ਰੋਟੋਕੋਲ ਵੀ ਹੁੰਦੇ ਨੇ ਜੀ, ਉਹ ਆਪਾਂ ਵੈਸੇ ਕਰਨ ਜਾ ਰਹੀ ਹੈ, ਪੂਰੀ ਕੋਸ਼ਿਸ਼ ਹੈ ਜੀ ਕਿ ਵੋਟਾਂ ਤੋਂ ਪਹਿਲਾਂ ਕੁਝ ਕਰ ਸਕਦੀ ਹੈ। ਦੇਖੋ ਉਮੀਦ ਤਾਂ ਸਾਨੂੰ ਹੈਗੀ ਹੈ ਜੀ, ਪਰ ਮੈਂ ਹੁਣ ਜੇ ਮੈਂ ਖੁਦ ਇਲੈਕਸ਼ਨ ਨਾ ਲੜ ਰਿਹਾ ਹੁੰਦਾ ਸ਼ਾਇਦ ਮੈਂ ਕੁਝ ਗੱਲਾਂ ਦੇ ਜਵਾਬ ਦੇ ਸਕਦਾ। ਅੱਛਾ, ਇੱਕ ਤੁਸੀਂ ਨੌਜਵਾਨ ਹੋ, ਨੌਜਵਾਨਾਂ ਦੇ ਵਿੱਚ ਜ਼ਿਆਦਾਤਰ ਹੁੰਦਾ ਹੈਗਾ, ਨੌਜਵਾਨ ਜ਼ਿਆਦਾਤਰ ਅੱਜ ਕੱਲ੍ਹ ਆਮ ਆਦਮੀ ਪਾਰਟੀ ਪ੍ਰਤੀ ਐਕਟਿਵ ਨੇ। ਤੁਹਾਡੀ ਫੈਮਿਲੀ ਵੀ ਆਮ ਆਦਮੀ ਪਾਰਟੀ ਨਾਲ ਜੁੜੀ ਰਹੀ ਹੈ, 2017 ਦੇ ਵਿੱਚ ਜੁੜੇ ਹੈ, ਤੁਹਾਡੇ ਮਦਰ, ਤੁਹਾਡੇ ਫਾਦਰ ਸਾਹਿਬ, ਤੁਹਾਡੇ ਵੱਡੇ ਬ੍ਰਦਰ। ਕੀ ਲੱਗਦਾ ਕੀ ਹੈ ਆਮ ਆਦਮੀ ਪਾਰਟੀ ਕਿਉਂ ਨਾ ਚੁਣ ਕੇ ਬੀਜੇਪੀ ਦੇ ਵਿੱਚ ਜਾਣਾ? ਇਹ ਸਟੈਪ ਸਮਝ ਨਹੀਂ ਆ ਰਿਹਾ, ਕੁਛ ਟਰੈਕ ਵੱਖਰਾ ਵੱਖਰਾ ਲੈ ਲਿਆ ਪਰਿਵਾਰ ਨੇ। ਉਹਦਾ ਬਾਈ ਜੀ ਕਾਰਨ ਸਭ ਤੋਂ ਵੱਡਾ ਸਿੱਖ ਮਸਲਾ ਹੀ ਨੇ। ਜਦੋਂ ਅਸੀਂ ਆਮ ਆਦਮੀ ਪਾਰਟੀ ਜੁਆਇਨ ਕਰੀ ਤਾਂ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਤੁਸੀਂ ਇੱਕ ਬਹੁਤ ਵੱਡਾ ਗੁਰਸਿੱਖ ਪਰਿਵਾਰ ਹੈ, ਤੁਹਾਡੀ ਇੱਕ ਬਹੁਤ ਵੱਡੀ ਪੰਥਕ ਲੈਗੇਸੀ ਹੈ। ਸੀਟ ਵੀ ਦਿੱਤੀ ਸੀ ਉਹਨਾਂ ਨੇ? ਹਾਂਜੀ ਹਾਂ, ਬਿਲਕੁਲ, ਕਿ ਅਸੀਂ ਉਹ ਮਸਲੇ ਸਿੱਖਾਂ ਦੇ ਸੁਣਾਂਗੇ ਤੇ ਅਸੀਂ ਪਾਰਟੀ ਉਹਨਾਂ ਨਾਲ ਖੜੂਗੀ। ਪਰ ਆਫਟਰ ਇਲੈਕਸ਼ਨ ਉਹ ਇਸ ਗੱਲ ਤੇ ਪੂਰ ਉਤਰ ਨਹੀਂ ਸਕੇ, ਜਿਹਦੇ ਕਰਕੇ ਸਾਡੇ ਮਨ ਨੂੰ ਬੜੀ ਠੇਸ ਪਹੁੰਚੀ ਤੇ ਅਸੀਂ ਬੜਾ ਲੰਬਾ ਸਮਾਂ ਮੇਰੇ ਘਰ ਦੇ ਸੋਚਦੇ ਰਹੇ ਹੁਣ ਕੀ ਕਰੀਏ। ਤਾਂ ਸੁਖਬੀਰ ਸਿੰਘ ਬਾਦਲ ਨੇ ਫਿਰ ਦੁਬਾਰਾ ਸਾਨੂੰ ਅਪਰੋਚ ਕੀਤਾ। ਸਾਡੀ ਉੱਥੇ ਵੀ ਇਹੀ ਗੱਲ ਸੀ ਜੀ, ਪੰਥਕ ਮਸਲਿਆਂ ਦੀ, ਤੇ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਪੰਥਕ ਮਸਲਿਆਂ ਤੇ ਅਸੀਂ ਖੜੇ ਰਹਾਂਗੇ, ਤੁਹਾਡੇ ਨਾਲ ਆ, ਤੁਸੀਂ ਸਾਨੂੰ ਦੱਸੋ SGPC 'ਚ ਆਪਾਂ ਵੱਧ ਕੀ ਕਰ ਸਕਦੇ ਹਾਂ। ਪਰ ਆਫਟਰ ਜੁਆਇਨਿੰਗ ਫਿਰ ਉਹਨਾਂ ਨੇ ਕਿਤੇ ਨਾ ਕਿਤੇ ਉਹ ਚੀਜ਼ਾਂ ਦੇਖੀਆਂ ਕੀਤੀਆਂ ਜੀ। ਨਹੀਂ, ਮੈਂ ਪੁੱਛਣਾ ਚਾਹੁੰਦਾ, ਆਮ ਆਦਮੀ ਪਾਰਟੀ ਨਾਲ ਤੁਸੀਂ ਸਿੱਧੇ ਤੌਰ ਤੇ ਜੁੜੇ ਸੀ ਜਾਂ ਫਿਰ ਪਰਿਵਾਰਕ ਜੀ ਜੁੜੇ ਸੀ, ਜਾਂ ਫਿਰ ਕਿੱਦਾਂ ਸੀਗਾ ਸਾਰਾ ਉਹ ਆਮ ਆਦਮੀ? ਨਹੀਂ, ਉਦੋਂ ਜਦੋਂ ਦੇਖੋ, ਉਦੋਂ ਜਿਹੜੀ ਜੁਆਇਨਿੰਗ ਹੋਈ ਸੀ, ਜੋ ਪਰਿਵਾਰ ਦੀ ਜੁਆਇਨਿੰਗ ਹੋਈ ਸੀ, ਮੇਰੀ ਕੋਈ ਜੁਆਇਨਿੰਗ ਨਹੀਂ ਹੋਈ ਸੀ। ਮੇਰੇ ਕੋਲ ਕੋਈ ਅਕਾਲੀ ਦਲ 'ਚ ਕਦੇ ਕੋਈ ਅਹੁਦਾ ਨਹੀਂ ਰਿਹਾ ਜੀ, ਮੇਰੇ ਕੋਲ ਕਦੇ ਕੋਈ ਆਮ ਆਦਮੀ ਪਾਰਟੀ 'ਚ ਕੋਈ ਅਹੁਦਾ ਨਹੀਂ ਰਿਹਾ, ਤੇ ਮੈਂ ਇੱਕ ਵਰਕਰ ਵਾਂਗ ਹੀ ਪਰਿਵਾਰ ਦੀ ਮੈਂ ਸਿਆਸਤ ਨਾਲ ਜੁੜਿਆ ਰਿਹਾ। ਕਦੇ ਤੁਸੀਂ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਨੂੰ ਮਿਲੇ? ਨਹੀਂ, ਮੈਂ ਮਿਲਦਾ ਰਿਹਾ ਜੀ, ਜਦੋਂ ਮੀਟਿੰਗਸ ਹੁੰਦੀਆਂ ਸੀ ਮੈਂ ਉਹਨਾਂ ਨੂੰ ਮਿਲਦਾ ਜ਼ਰੂਰ ਹੈ। ਮੈਂ ਦਰਗੇਸ਼ ਜੀ ਨੂੰ ਮਿਲਦਾ ਰਿਹਾ ਜੀ, ਤੇ ਅਰਵਿੰਦ ਜੀ ਨੂੰ ਵੀ ਮੈਂ ਇੱਕ ਦੋ ਵਾਰੀ ਮਿਲਿਆ। ਕੀ ਗੱਲਬਾਤ ਹੋਈ ਸੀ ਜਦੋਂ ਮਿਲੇ? ਉੱਥੇ ਗੱਲ ਸਿੱਖ ਮਸਲਿਆਂ ਦੀ ਉਹ ਹੁੰਦੀ ਸੀ। ਦਰਗੇਸ਼ ਜੀ ਨਾਲ ਤਾਂ ਨਹੀਂ ਜੀ ਕਦੇ ਸਿੱਖ ਮਸਲਿਆਂ ਉੱਤੇ ਗੱਲ ਹੋਈ, ਉਹਦਾ ਡਿਊਰਿੰਗ ਇਲੈਕਸ਼ਨ ਹੀ ਕੈਂਪੇਨ ਦੇ ਰਿਲੇਟਡ ਅਸੀਂ ਮਿਲਦੇ ਰਹੇ। ਤੇ ਆਫਟਰ ਇਲੈਕਸ਼ਨ ਇੱਕ ਦੋ ਵਾਰੀ ਮੈਂ ਅਰਵਿੰਦ ਜੀ ਨੂੰ ਜ਼ਰੂਰ ਮਿਲਿਆ ਜੀ, ਉਹਨਾਂ ਨੇ ਦਿੱਲੀ CM ਹਾਊਸ। ਗੱਲਬਾਤ ਕੀਤੀ ਸੀ ਉੱਥੇ ਅਸੀਂ ਉਹਨਾਂ ਨਾਲ, ਮੈਂ ਸੀਗਾ ਜੀ ਤੇ ਮੇਰੇ ਮਦਰ ਸੀਗੇ ਮੇਰੇ ਨਾਲ, ਬੀਬੀ ਕੁਲਦੀਪ ਕੌਰ ਟੌੜਾ ਜੀ, ਤੇ ਨਾਲ ਜਥੇਦਾਰ ਸੁਖਦੇਵ ਸਿੰਘ ਭੌਰ ਸੀਗੇ ਜੀ। ਉਦੋਂ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀਗੇ ਜੀ ਆਮ ਆਦਮੀ ਪਾਰਟੀ ਦੇ। ਤੇ ਅਸੀਂ ਉੱਥੇ ਵੀ ਇਹੀ ਗੱਲ ਰੱਖੀ ਸੀ ਕਿ ਜੀ ਬੈਕ ਆਊਟ ਨਾ ਕਰੋ, ਕਿ ਆਪਾਂ ਸਿੱਖ ਮਸਲਿਆਂ ਦੇ ਉੱਤੇ ਜ਼ਰੂਰ ਬੋਲੋ, ਸਿੱਖ ਮਸਲਿਆਂ ਦੇ ਉੱਤੇ, ਹਿੰਦੂ ਮਸਲਿਆਂ ਦੇ ਉੱਤੇ, ਮੁਸਲਿਮ ਮਸਲਿਆਂ ਦੇ ਉੱਤੇ ਜ਼ਰੂਰ ਬੋਲੋ। ਤੇ ਉਹਨਾਂ ਨੇ ਸਾਨੂੰ ਬੜਾ ਸਪਸ਼ਟ ਕਰਤਾ ਸੀ ਕਿ ਮੈਂ ਨਹੀਂ ਇਹਦੇ 'ਚ ਇੰਟਰਫੇਅਰ ਕਰ ਸਕਦਾ। ਕੇਜਰੀਵਾਲ ਨੇ ਸਾਫ਼ ਕਿਹਾ? ਹਾਂਜੀ ਹਾਂ, ਉਹਨਾਂ ਨੇ ਸਾਫ਼ ਮਨਾ ਕਰਤਾ ਸੀ। ਤੇ ਅਸੀਂ ਉਹਨਾਂ ਨੂੰ ਬੜੀ ਰਿਕੁਐਸਟ ਕੀਤੀ ਕਿ ਚਲੋ ਜੇ ਪਾਰਟੀ ਐਂਡ ਤੋਂ ਨਹੀਂ ਹੋ ਸਕਦਾ ਤਾਂ ਇੱਕ ਪਾਰਟੀ ਦਾ ਡਿਫਰੈਂਟ ਵਿੰਗ ਬਣਾ ਦਿਓ, ਜਿਹੜਾ ਇੱਕ ਧਾਰਮਿਕ ਵਿੰਗ ਹੀ ਹੋਵੇ ਤੇ ਉਹ ਧਾਰਮਿਕ ਮੁੱਦਿਆਂ ਤੇ ਬੋਲੇ। ਤੇ ਉਹਨਾਂ ਨੇ ਉਸ ਚੀਜ਼ ਨੂੰ ਵੀ ਅਸੈਪਟ ਨਹੀਂ ਕੀਤਾ, ਜਿਹਦੇ ਕਰਕੇ ਅਸੀਂ ਫਿਰ ਬੈਕ ਆਊਟ ਕੀਤਾ। ਸਾਰਾ ਪਰਿਵਾਰ ਨੇ ਬੈਕ ਆਊਟ ਕਰ ਲਿਆ ਜਾਂ ਭਰਾ ਜੀ ਵੀ ਆਮ ਆਦਮੀ ਪਾਰਟੀ? ਉਦੋਂ ਅਸੀਂ ਸਾਰੇ ਪਰਿਵਾਰ ਨੇ ਬੈਕ ਆਊਟ ਕੀਤਾ ਸੀ ਜੀ, ਮੇਰੇ ਬ੍ਰਦਰ ਨੇ ਵੀ ਬੈਕ ਆਊਟ ਕੀਤਾ, ਮੇਰੇ ਮਦਰ ਨੇ, ਮੇਰੇ ਫਾਦਰ ਨੇ। ਉਦੋਂ ਤਿੰਨਾਂ ਨੇ ਜੁਆਇਨ ਕਰੀ ਸੀ ਜੀ, ਮੈਂ ਤਾਂ ਇੱਕ ਪਰਿਵਾਰ ਦਾ ਅੰਗ ਹੋ ਕੇ ਮੈਂ ਤਾਂ ਨਾਲ ਹੀ ਸੀਗਾ ਉਹਨਾਂ ਦੇ। ਅਕਾਲੀ ਦਲ ਫਿਰ ਇਹ ਤਿੰਨਾਂ ਨੇ ਹੀ ਜੁਆਇਨ ਕਰੀ ਜੀ। ਤੁਸੀਂ ਉਦੋਂ ਅਕਾਲੀ ਦਲ ਵੀ ਨਹੀਂ ਕਰਿਆ ਸੀ? ਹਾਂਜੀ ਹਾਂ, ਮੈਂ ਉਦੋਂ ਅਕਾਲੀ ਦਲ ਵੀ ਜੁਆਇਨ ਨਹੀਂ ਕਰਿਆ ਜੀ। ਹੁਣ ਜਦੋਂ ਤੁਸੀਂ ਭਾਜਪਾ ਦੇ ਨਾਲ ਮਿਲ ਗਏ ਹੋ, ਕਹਿੰਦੇ ਨਵਾਂ ਪੰਜਾਬ ਭਾਜਪਾ ਦੇ ਨਾਲ, ਕੀ ਤੁਹਾਡੀ ਫੈਮਿਲੀ ਵੀ ਤੁਹਾਡੇ ਨਾਲ ਆ ਕੇ ਖੜੀ ਹੋਏਗੀ? ਕਿਉਂਕਿ ਉਸ ਵੇਲੇ ਤੁਸੀਂ ਕਹਿ ਰਹੇ ਹੋ ਕਿ ਪਰਿਵਾਰ ਦੇ ਨਾਲ ਤੁਸੀਂ ਖੜੇ ਸੀ, ਅੱਜ ਇਹਨਾਂ ਚੋਣਾਂ ਦੇ ਵਿੱਚ ਹਲਕਾ ਮਲੋ ਤੋਂ ਤੁਸੀਂ ਉਮੀਦਵਾਰ ਹੋ ਬੀਜੇਪੀ ਦੇ ਵੱਲੋਂ, ਕੀ ਤੁਹਾਡੀ ਫੈਮਿਲੀ ਵੀ ਤੁਹਾਡੇ ਨਾਲ ਆ ਕੇ ਖੜੀ ਹੋਏਗੀ? ਹਾਂਜੀ ਬਿਲਕੁਲ, ਉਹ ਮੇਰੇ ਨਾਲ ਨੇ ਜੀ। ਦੇਖੋ, ਸਾਨੂੰ ਉਹਨਾਂ ਨੇ ਪੜ੍ਹਾਇਆ ਲਿਖਾਇਆ ਸਿਰਫ ਇਸ ਗੱਲ ਕਰਕੇ ਕਿ ਅਸੀਂ ਆਪਣੀ ਸਮਝ ਦੇ ਹਿਸਾਬ ਨਾਲ ਸਹੀ ਗਲਤ ਫੈਸਲੇ ਲੈ ਸਕੀਏ, ਤੇ ਸਾਡੇ ਉਹ ਹਰ ਫੈਸਲੇ ਨਾਲ ਮੇਰੇ ਮਾਂ-ਬਾਪ ਨੇ ਹਮੇਸ਼ਾ ਸਾਡਾ ਸਾਥ ਦਿੱਤਾ।
ਤੇ ਉਹ ਹੁਣ ਵੀ ਦੇ ਰਹੇ ਨੇ। ਉਹ ਬਿਲਕੁਲ ਮੇਰੀ ਕੈਂਪੇਨ ਦੇ ਵਿੱਚ ਉਹ ਮੇਰੇ ਨਾਲ ਨੇ। ਮੈਂ ਹੁਣ ਜੱਦੀ ਪਿੰਡ ਰਹਿਣਾ ਜੀ, ਟੌੜੇ ਜੀ, ਤੇ ਮੇਰੇ ਨਾਲ ਮੇਰੇ ਮਦਰ ਉੱਥੇ ਰਹਿ ਰਹੇ ਨੇ ਜੀ। ਫਾਦਰ ਪਟਿਆਲੇ ਰਹਿੰਦੇ ਆ, ਉਹਨਾਂ ਥੋੜੀ ਜਿਹੀ ਹੈਲਥ ਇਸ਼ੂਜ਼ ਰਹਿੰਦੇ ਆ, ਤਾਂ ਮੈਡੀਕਲ ਦੇ ਉਹਦੇ ਤੌਰ ਤੇ ਉਹ ਪਟਿਆਲੇ ਰਹਿੰਦੇ ਆ ਜੀ। ਤੇ ਉਹ ਮੇਰੀ ਕੈਂਪੇਨ 'ਚ ਪੂਰੀ ਮੇਰੀ ਹੈਲਪ ਕਰ ਰਹੇ ਨੇ। ਜੇ ਪੰਥਕ ਮਸਲਿਆਂ ਨੂੰ ਛੱਡੀਏ, ਇਸ ਵਾਰ ਤੁਸੀਂ ਹਲਕਾ ਮਲੋਹ ਤੋਂ ਉਮੀਦਵਾਰ ਹੋ, ਲੱਗਦਾ ਕੀ ਹੈ, ਮੁੱਦੇ ਕੀ ਨੇ, ਪੰਜਾਬ ਦੀ ਸਿਆਸਤ ਨੂੰ ਕਿਵੇਂ ਸਮਝਦੇ ਹੋ? ਕਿਉਂਕਿ ਕਾਂਗਰਸ, ਅਕਾਲੀ, ਆਮ ਆਦਮੀ ਪਾਰਟੀ ਤਿੰਨੇ ਮੁੱਖ ਪਾਰਟੀਆਂ ਇਸ ਵੇਲੇ ਪੰਜਾਬ ਦੇ ਵਿੱਚ ਨੇ। ਕੀ ਸਮਝਦੇ ਹੋ ਸਿਆਸਤ ਨੂੰ, ਜੇ ਪੰਥਕ ਮਸਲਿਆਂ ਤੋਂ ਇਲਾਵਾ ਗੱਲ ਕਰਨੀ ਹੋਵੇ? ਨਹੀਂ, ਡਿਵੈਲਪਮੈਂਟ ਸਾਡਾ ਜਿਹੜਾ ਮੇਨ, ਜੇ ਦੇਖੋ ਜਿਹੜਾ ਬੀਜੇਪੀ ਦਾ ਮੇਨ ਮੋਟਿਵ ਇਸ਼ੂ ਹੈਗਾ ਜੀ, ਉਹ ਡਿਵੈਲਪਮੈਂਟ ਹੀ ਹੈ ਕਿ ਅਸੀਂ ਵਿਕਾਸ ਹੀ ਕਰਨਾ ਹੋਵੇ। ਜਿਹੜਾ ਸਭ ਤੋਂ ਪੰਜਾਬ ਇਸ ਵਕਤ ਜਿਹੜਾ ਪਿਛੜ ਚੁੱਕਿਆ ਜੀ ਵਿਕਾਸ ਕਰਕੇ, ਵਿਕਾਸ 'ਚ। ਤੇ ਹੁਣ ਆਉਣ ਵਾਲੇ ਸਮੇਂ 'ਚ ਦੇਖੋ ਜੋ ਉਹਨਾਂ ਦੀਆਂ ਪਾਲਿਸੀਜ਼ ਨੇ, ਜੋ ਆਊਗਾ, ਬਹੁਤ ਵੱਡੇ ਪੈਕੇਜ ਆਉਣੇ ਆ ਜੀ ਪੰਜਾਬ ਲਈ, ਬਹੁਤ ਵੱਡਾ ਰਿਲੀਫ ਮਿਲਣਾ ਸਾਨੂੰ। ਤੇ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਜਲਦੀ ਉਹ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਲੋਕਾਂ ਦਾ ਸਵਾਲ ਹੈ ਕਿ ਬੀਜੇਪੀ ਦੇ ਪ੍ਰਤੀ ਜਦੋਂ ਖੇਤੀ ਕਾਨੂੰਨ ਆਏ, ਉਸ ਤੋਂ ਬਾਅਦ ਇੱਕ ਲੋਕ ਰੋਸ ਮਨਾਂ ਦੇ ਵਿੱਚ ਬਣਿਆ ਹੋਇਆ ਬੀਜੇਪੀ ਦੇ ਪ੍ਰਤੀ, ਉਹਨੂੰ ਕਿਵੇਂ ਦੂਰ ਕਰੇਗੀ ਬੀਜੇਪੀ? ਕੀ ਸੋਚ ਰਹੀ ਹੈ ਬੀਜੇਪੀ? ਉਹ ਦੇਖੋ ਬਾਈ ਜੀ, ਜਦੋਂ ਹੁਣ ਅਸੀਂ ਵੀ ਦੇਖੋ ਪਿੰਡਾਂ 'ਚ ਜਾਂਦੇ ਹਾਂ, ਲੋਕਾਂ 'ਚ ਜਾਂਦੇ ਹਾਂ, ਸ਼ਹਿਰਾਂ 'ਚ ਤਾਂ ਉਹ ਰੋਸ ਬਿਲਕੁਲ ਵੀ ਨਹੀਂ ਹੈਗਾ। ਤੇ ਹੁਣ ਆਪਾਂ ਉਸ ਚੀਜ਼ ਨੂੰ ਰੋਸ ਨਹੀਂ ਕਹਿ ਸਕਦੇ, ਇੱਕ ਥੋੜ੍ਹਾ ਗੁੱਸਾ ਕਹਿ ਸਕਦੇ ਹਾਂ, ਜਿਹੜਾ ਵਿਦ ਟਾਈਮ ਘਟਦਾ ਵੀ ਜਾ ਰਿਹਾ। ਜਦੋਂ ਅਸੀਂ ਦੇਖੋ, ਮੇਰੇ ਲਈ ਤਾਂ ਜਿਹੜੀ ਅਮਲੋਹ ਦੀ ਸਥਿਤੀ ਆ ਉਹ ਇੱਦਾਂ ਹੈ ਕਿ ਮੈਂ ਆਪਣੇ ਇੱਕ ਨਾਨਕੇ ਪਰਿਵਾਰ 'ਚ ਆਇਆ ਹੋਇਆ, ਕਿਉਂਕਿ ਇਹ ਟੌੜਾ ਸਾਹਿਬ ਦਾ ਏਰੀਆ ਰਿਹਾ। ਜਦੋਂ ਮੈਂ ਜਾਨਾ ਸਾਹਿਬ ਨੂੰ, ਜਿਹੜੇ ਮੇਰੇ ਬਜ਼ੁਰਗ ਨੇ, ਮੈਂ ਉਹ ਨਾਨਾ ਜੀ ਉਹ ਬੋਲਦਾ, ਤੇ ਜਿਹੜੇ ਉਹਨਾਂ ਤੋਂ ਘੱਟ ਉਮਰ ਵਾਲੇ ਨੇ ਮੇਰੇ ਮਾਮਾ ਜੀ ਲੱਗਦੇ ਆ, ਮੇਰੇ ਪਰਿਵਾਰ ਬਾਰੇ ਪੁੱਛਦੇ ਨੇ, ਭੈਣ ਠੀਕ ਹੈ, ਜੀਜਾ ਜੀ ਠੀਕ ਨੇ। ਮੇਰੇ ਲਈ ਤਾਂ ਉਰੇ ਦੇਖੋ, ਜਦੋਂ ਇੱਕ ਦੋਹਤਾ ਆਪਣੇ ਨਾਨਕੇ ਪਰਿਵਾਰ 'ਚ ਜਾਂਦਾ ਤਾਂ ਉਹਨੂੰ ਸਾਰੇ ਮਤਲਬ ਪਰਿਵਾਰ ਹੱਥਾਂ 'ਤੇ ਚੱਕਦਾ। ਮੇਰੇ ਲਈ ਤਾਂ ਉਹ ਸਥਿਤੀ ਬਣੀ ਹੋਈ ਹੈ ਜੀ। ਤੇ ਕਿਤੇ ਨਾ ਕਿਤੇ ਜਦੋਂ ਲੋਕਾਂ ਨਾਲ ਗੱਲ ਕਰਦੇ ਆ, ਥੋੜ੍ਹਾ ਬਹੁਤਾ ਗੁੱਸਾ ਵੀ ਹੈਗਾ, ਗਿਲੇ ਸ਼ਿਕਵੇ ਹਾਂਜੀ ਹੋ ਰਹੇ ਨੇ, ਬਿਲਕੁਲ ਹੋ ਰਹੇ ਨੇ। ਜਦੋਂ ਉਹਨਾਂ ਨੂੰ ਦੱਸਦੇ ਆ ਕਿ ਦੇਖੋ ਇੱਕ ਕਾਨੂੰਨ ਆਏ ਤੇ ਸਾਨੂੰ ਉਹ ਪਸੰਦ ਨਹੀਂ ਆਏ। ਕਿਤੇ ਨਾ ਕਿਤੇ ਕਾਨੂੰਨ ਆਉਣ ਦਾ ਸਭ ਤੋਂ ਵੱਡਾ ਕਾਰਨ ਵੀ ਹਰਸਿਮਰਤ ਸਿੰਘ ਕੌਰ ਬਾਦਲ ਨੇ। ਉਹਨਾਂ ਨੇ ਉੱਥੇ ਸਹਿਮਤੀ ਦਿੱਤੀ ਹੈ ਜੀ, ਸਹਿਮਤੀ ਦਿੱਤੀ ਹੈ ਤਾਂ ਉਹ ਕਾਨੂੰਨ ਲਾਗੂ ਹੋਏ ਨੇ। ਉਹ ਉੱਥੇ ਅਮਿਤ ਸ਼ਾਹ ਜੀ ਨੂੰ ਦੱਸਦੇ ਰਹੇ ਨੇ ਕਿ ਅਸੀਂ ਕਿਸਾਨਾਂ ਨਾਲ ਗੱਲ ਕਰ ਲਈ ਹੈ ਜੀ, ਤੇ ਕਾਨੂੰਨ ਬਹੁਤ ਵਧੀਆ ਨੇ। ਪਰ ਉਹ ਤਾਂ ਕਹਿੰਦੇ ਸਾਨੂੰ ਧੋਖੇ 'ਚ ਰੱਖਿਆ। ਬਿਲਕੁਲ ਧੋਖੇ 'ਚ ਤਾਂ ਅਮਿਤ ਸ਼ਾਹ ਜੀ ਰਹੇ ਨੇ ਜੀ, ਬੀਜੇਪੀ ਸਰਕਾਰ ਰਹੀ ਹੈ। ਨਹੀਂ, ਉਹ ਕਹਿੰਦੇ ਸਾਨੂੰ ਦੱਸਿਆ ਨਹੀਂ ਗਿਆ, ਕਿ ਉਹ ਕਹਿੰਦੇ ਸੀ ਵੀ ਅਸੀਂ ਬਾਅਦ 'ਚ ਕੁਇਟ ਕਰ ਲਾਂਗੇ, ਜੋ ਤੁਸੀਂ ਕਹਿੰਦੇ ਹੋ ਤੁਹਾਡੀਆਂ ਗੱਲਾਂ ਅਮੈਂਡ ਕਰ ਦਿਆਂਗੇ ਅਸੀਂ ਵਿੱਚ ਦੇ, ਉੱਦਾਂ ਨਹੀਂ ਆਏਗਾ। ਕਿਸਾਨਾਂ ਨਾਲ ਅਸੀਂ ਬੈਠ ਕੇ ਮੀਟਿੰਗ ਕਰ ਰਹੇ ਹਾਂ, ਮੀਟਿੰਗ ਕਰਾਂਗੇ ਅਸੀਂ। ਉਹ ਲਗਾਤਾਰ ਦਾਅਵਾ ਕਰਦੇ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਦਾਅਵਾ ਕਰਦੇ ਰਹੇ ਨੇ ਜੀ। ਜਦੋਂ ਇਹਨਾਂ ਨੇ ਬਿਨਾਂ ਪੁੱਛੇ, ਪਹਿਲਾਂ ਇਹਨਾਂ ਨੇ ਬਿਨਾਂ ਕਿਸਾਨਾਂ ਨਾਲ ਗੱਲ ਕਰੇ, ਬੀਜੇਪੀ ਗਵਰਨਮੈਂਟ ਨੂੰ ਇਹਨਾਂ ਨੇ ਦੱਸਿਆ ਕਿ ਸਾਰਾ ਕਾਨੂੰਨ ਠੀਕ ਨੇ ਜੀ, ਤੁਸੀਂ ਪਾਸ ਕਰੋ। ਤੇ ਜਦੋਂ ਪਾਸ ਹੋ ਗਏ ਜੀ, ਵਿਰੋਧ ਹੋਣਾ ਸ਼ੁਰੂ ਹੋ ਗਿਆ। ਫਿਰ ਇਹ ਕਹਿਣ ਲੱਗੇ ਕਿ ਅਸੀਂ ਕਰਦੇ ਹਾਂ ਜੀ, ਅਸੀਂ ਗੱਲ ਕਰਦੇ ਹਾਂ। ਤੇ ਅਮਿਤ ਸ਼ਾਹ ਜੀ ਨੂੰ ਵੀ ਤਾਂ ਪਤਾ ਹੀ ਨਹੀਂ ਸੀ ਇਹਨਾਂ ਨੇ ਜਦੋਂ ਰਿਜ਼ਾਈਨ ਦਿੱਤਾ। ਅਮਿਤ ਸ਼ਾਹ ਜੀ ਤਾਂ ਇਹ ਕਹਿੰਦੇ ਨੇ ਕਿ ਮੈਨੂੰ ਤਾਂ ਬਸ ਪਤਾ ਹੀ ਲੱਗਿਆ ਕਿ ਇਹਨਾਂ ਨੇ ਰਿਜ਼ਾਈਨ ਦਿੱਤਾ, ਕਿ ਸਾਨੂੰ ਤਾਂ ਇੰਨੇ ਧੋਖੇ 'ਚ ਰੱਖਿਆ ਇਹਨਾਂ ਨੇ। ਤੇ ਉਹ ਤੋਂ ਬਾਅਦ ਜਿਹੜੀ ਸਥਿਤੀ ਬਣੀ, ਅਕਾਲੀ ਦਲ ਨੇ, ਕਾਂਗਰਸ ਨੇ ਪੂਰਾ ਆਪਣੀ ਇਨਵੋਲਵਮੈਂਟ ਕੀਤੀ ਜੀ, ਕਿਉਂਕਿ ਬੀਜੇਪੀ ਦੇ ਅਗੇਂਸਟ ਹੋਰ ਕੋਈ ਮੁੱਦਾ ਹੀ ਨਹੀਂ ਸੀ ਕਿ ਇਹ ਪੰਜਾਬ ਨਾ ਕਿਸੇ ਤਰੀਕੇ ਨਾਲ ਆ ਜਾਣ। ਤੇ ਚਲੋ ਮੈਂ ਤਾਂ ਇਹ ਕਹੂੰਗਾ ਜੋ ਹੋਇਆ, ਦੇਖੋ ਆਪਾਂ ਪੰਜਾਬੀ ਆ, ਅਸੀਂ ਬੜੇ ਵੱਡੇ ਦਿਲ ਦੇ ਹੈਗੇ ਆ। ਤੇ ਜੇ ਇੱਕ ਬੰਦਾ ਮੂਹਰੋਂ ਮਾਫੀ ਮੰਗ ਰਿਹਾ ਤੇ ਸਾਨੂੰ ਉਹ ਮੰਨਣੀ ਚਾਹੀਦੀ ਹੈ ਜੀ। ਤੇ ਮੈਂ ਹੁਣ ਜਾਨਾ ਤੇ ਕਈ ਤਾਂ ਕਿਸਾਨ ਮੈਨੂੰ ਇੱਦਾਂ ਦੇ ਮਿਲਦੇ ਨੇ ਜਿਹੜੇ ਕਹਿੰਦੇ ਨੇ ਉਹ ਕਾਨੂੰਨ ਠੀਕ ਸੀਗੇ। ਮੈਂ ਖੁਦ ਖੇਤੀ ਕਰਦਾ, ਪਰ ਮੈਂ ਉੱਥੇ ਕਦੇ ਐਜੀਟੇਸ਼ਨ 'ਚ ਨਹੀਂ ਗਿਆ ਜੀ। ਤੇ ਮੈਂ ਕਈ ਪਿੰਡਾਂ 'ਚ ਜਾਂਦਾ ਤੇ ਮੈਨੂੰ ਬਹੁਤ ਜ਼ਿਆਦਾ ਕਿਸਾਨ ਮਿਲਦੇ ਨੇ ਕਿ ਸਾਨੂੰ ਕਾਨੂੰਨਾਂ ਦੀ ਲੋੜ ਸੀ, ਕਿ ਪਤਾ ਨਹੀਂ ਉਹ ਕਿਵੇਂ। ਤੇ ਜੇ ਕਈਆਂ ਕੋਲ ਜਾਂਦੇ ਉਹ ਕਹਿੰਦੇ ਸਾਨੂੰ ਬਿਲਕੁਲ ਲੋੜ ਨਹੀਂ ਸੀ। ਦੋ ਅੱਡ ਧਿਰਾਂ ਨੇ, ਇਹ ਤਾਂ ਨਹੀਂ ਕਿ ਸਾਰੇ ਹੀ ਕਹਿੰਦੇ ਸੀ ਕਿ ਨਹੀਂ ਚਾਹੀਦੇ, ਤੇ ਮੈਂ ਇਹ ਵੀ ਨਹੀਂ ਕਹਿ ਸਕਦਾ ਸਾਰੇ ਕਹਿੰਦੇ ਨੇ ਕਿ ਚਾਹੀਦੇ ਸੀ। ਬਟ ਮੋਦੀ ਜੀ ਨੇ ਬਹੁਤ ਸੂਝਵਾਨ ਤਰੀਕੇ ਨਾਲ ਇਹ ਫੈਸਲਾ ਲਿਆ ਕਿ ਉਹਨਾਂ ਨੇ ਸਥਿਤੀ ਨੂੰ ਦੇਖਿਆ ਕਿ ਉੱਥੇ ਬੜਾ ਹੁਣ ਸਿਆਸੀ ਤੌਰ 'ਤੇ ਉੱਥੇ ਬੜੀ ਇਨਵੋਲਵਮੈਂਟ ਹੋਣ ਲੱਗੀ ਸੀ। ਜਿਹੜੇ ਉਦੋਂ ਕਿਸਾਨ ਲੀਡਰ ਕਹਿੰਦੇ ਸੀ ਅਸੀਂ ਸਿਆਸਤ ਨਹੀਂ ਕਰਾਂਗੇ, ਅਸੀਂ ਕੁਛ ਨਹੀਂ ਕਰਾਂਗੇ, ਅਸੀਂ ਸਿਰਫ ਕਿਸਾਨੀ ਦੇ ਮੁੱਦਿਆਂ ਤੱਕ ਹੀ ਸੀਮਤ ਰਹਾਂਗੇ, ਅੱਜ ਉਹ ਪਾਰਟੀਆਂ ਬਣਾ ਕੇ ਆਪਦੇ ਬੰਦੇ ਅਨਾਊਂਸ ਕਰ ਰਹੇ ਨੇ।
ਅੱਜ ਉਹ ਕਿਉਂ ਸਿਆਸਤ ਕਰਨਾ ਚਾਹੁੰਦੇ ਆ? ਉਹਨਾਂ ਦਾ ਮੇਨ ਮੁੱਦਾ ਹੀ ਸਿਆਸਤ ਕਰਨ ਦਾ ਸੀ। ਤੇ ਜਦੋਂ ਮੋਦੀ ਜੀ ਨੇ ਮਾਫੀ ਮੰਗੀ ਹੈ ਜੀ, ਸਾਨੂੰ ਉਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਹੁਣ। ਤੇ ਬੀਜੇਪੀ ਕੋਲ ਤਾਂ ਇੰਨੀ ਫੰਡਿੰਗ ਹੈ, ਇੰਨਾ ਪੈਸਾ ਹੈ ਕਿ ਸਰਕਾਰ ਬਣਨ ਤੇ ਉਹਨਾਂ ਨੇ ਕਿੰਨੀ ਡਿਵੈਲਪਮੈਂਟ ਕਰਨੀ ਹੈ ਜੀ, ਜੋ ਸਾਨੂੰ ਕਾਂਗਰਸ ਕਦੇ ਵੀ ਨਹੀਂ ਦੇ ਸਕਦੀ ਜੋ। ਤੇ ਕਾਂਗਰਸ ਨੇ ਵੈਸੇ ਵੀ ਕਦੇ ਡਿਵੈਲਪਮੈਂਟ ਕਰੀ ਨਹੀਂ ਜੀ। ਕਾਂਗਰਸ ਨੇ ਤਾਂ ਸਾਨੂੰ ਸਗੋਂ ਪੰਜਾਬ ਨੂੰ ਬਲੂ ਸਟਾਰ ਆਪਰੇਸ਼ਨ ਦਿੱਤਾ ਜੀ, ਸਾਨੂੰ 84 ਦੀ ਨਸਲਕੁਸ਼ੀ ਦਿੱਤੀ ਹੈ। ਤੇ ਤੁਸੀਂ ਇਹ ਦੇਖੋ ਕਿ ਮੋਦੀ ਜੀ ਦੀ ਸਰਕਾਰ ਉਹ ਸਰਕਾਰ ਹੈ, ਘੱਟੋ ਘੱਟ ਸਿੱਖਾਂ ਨੂੰ 30 ਸਾਲ ਹੋ ਗਏ ਸੀ 84 ਨਸਲਕੁਸ਼ੀ ਦਾ ਇਨਸਾਫ ਮੰਗਦੇ ਹੋ, ਤੇ ਮੋਦੀ ਜੀ ਨੇ ਸਾਨੂੰ ਇਨਸਾਫ ਦਿੱਤਾ ਜੀ। 2014 'ਚ ਇਹਨਾਂ ਦੀ ਗਵਰਨਮੈਂਟ ਬਣਦੀ ਹੈ, 2016 ਦੇ ਵਿੱਚ ਜਾ ਕੇ ਇੱਕ ਸਿੱਟ ਬਿਠਾਈ ਜਾਂਦੀ ਹੈ, ਤੇ 2018 ਦੇ ਵਿੱਚ ਆ ਕੇ ਉਹਦਾ ਰਿਜ਼ਲਟ ਆਉਂਦਾ ਤੇ ਸੱਜਣ ਕੁਮਾਰ ਜੀ ਅੰਦਰ ਜਾਂਦੇ ਆ। ਇਹ ਤੋਂ ਵੱਡੀ ਸਿੱਖਾਂ ਲਈ ਸਾਡੇ ਲਈ ਕੀ ਹੋ ਸਕਦਾ ਜੀ? ਫਿਰ ਸਾਡੇ ਲਈ ਅਸੀਂ ਅਰਦਾਸ ਕਰਦੇ ਹਾਂ ਜੀ, ਹਰ ਸਿੱਖ ਅਰਦਾਸ ਕਰਦਾ ਹੈ ਕਿ ਜਿੰਨੇ ਵੀ ਗੁਰਧਾਮ ਸਾਡੇ ਤੋਂ ਵਿਛੜੇ ਨੇ ਉਹਨਾਂ ਦੇ ਦਰਸ਼ਨ ਦੀਦਾਰ ਹੋਣ। ਤੇ ਸਾਨੂੰ ਤਾਂ ਕਰਤਾਰਪੁਰ ਦਾ ਕੋਰੀਡੋਰ ਦਾ ਲਾਂਘਾ ਮਿਲਿਆ ਜੀ, ਉਹ ਮੋਦੀ ਜੀ ਨੇ ਦਿੱਤਾ। ਸਗੋਂ ਸਾਡੇ 10 ਸਾਲ ਸਿੱਖ ਪ੍ਰਧਾਨ ਮੰਤਰੀ ਰਹੇ, ਉਹ ਨਹੀਂ ਸਾਨੂੰ ਕਦੇ ਇਸ ਚੀਜ਼ 'ਚ ਪਹਿਲ ਕਰ ਸਕੇ, ਸਾਨੂੰ ਮੋਦੀ ਜੀ ਨੇ ਉਹ ਚੀਜ਼ ਦਿੱਤੀ ਹੈ। ਤੇ ਇਹ ਤਾਂ ਸਾਡੇ ਸਿੱਖਾਂ ਲਈ ਇੰਨੇ ਸਾਡੇ ਇਹ ਸਟੈਪ ਲੈ ਰਹੇ ਨੇ, ਸਾਨੂੰ ਤਾਂ ਇਹਨਾਂ ਨੂੰ ਸਗੋਂ ਵੈਲਕਮ ਕਰਨਾ ਚਾਹੀਦਾ। ਤੇ ਵੈਲਕਮ ਕਰਨ ਦੀ ਥਾਂ ਤੇ ਅਸੀਂ ਉਹਨਾਂ ਦੀ ਜਦੋਂ ਪਹਿਲੀ ਰੈਲੀ ਤਾਂ ਕੀ ਸੀ ਜੀ, ਇਨੋਗ੍ਰੇਸ਼ਨ ਸੀ। ਮੈਡੀਕਲ ਸਾਨੂੰ ਉਹ ਐਡੇ ਵੱਡੇ ਇਨਫਰਾਸਟਰਕਚਰ ਉਹ ਦੇ ਕੇ ਜਾ ਰਹੇ ਸੀ ਏਮਸ ਦਾ, ਅਸੀਂ ਤਾਂ ਉੱਥੋਂ ਮੋੜ ਤੇ ਸਾਡਾ ਪੰਜਾਬ ਦਾ ਕਿੱਡਾ ਵੱਡਾ ਨੁਕਸਾਨ ਹੋਇਆ ਜੀ। ਉਹ ਹੁਣ ਦੁਬਾਰਾ ਆਉਣਗੇ ਮੋਦੀ ਸਾਹਿਬ? ਕੋਈ ਗੱਲਬਾਤ ਚੱਲ ਰਹੀ ਹੈ ਰੈਲੀ ਕਰਨ ਵਾਸਤੇ? ਅਜੇ ਤਾਂ ਰੈਲੀਆਂ ਤੇ ਰੋਕ ਹੈ, ਪਰ ਜੇ ਕੱਲ੍ਹ ਨੂੰ ਚੋਣ ਕਮਿਸ਼ਨ ਰੈਲੀਆਂ ਦੀ ਇਜਾਜ਼ਤ ਦਿੰਦਾ ਤਾਂ ਕਦੋਂ ਮੋਦੀ ਸਾਹਿਬ ਦੀ ਆਉਣ ਦਾ ਪ੍ਰੋਗਰਾਮ ਬਣ ਸਕਦਾ ਹੈਗਾ? ਉਹ ਹਜੇ ਬਾਈ ਜੀ ਕੋਈ ਤੈਅ ਨਹੀਂ ਹੋਇਆ ਜੀ, ਜਿਵੇਂ ਹੋਊਗਾ ਆਪਾਂ ਤੁਹਾਨੂੰ ਪਤਾ ਹੀ ਲੱਗ ਜੂਗਾ ਜੀ। ਕਿਉਂਕਿ ਰਾਹੁਲ ਗਾਂਧੀ ਵੀ ਆ ਰਹੇ ਨੇ 27 ਤਰੀਕ ਨੂੰ। ਤੇ ਹਜੇ ਤੱਕ ਤਾਂ ਕੋਈ ਬਾਈ ਜੀ ਪਾਰਟੀ ਵੱਲੋਂ ਦਾ ਕੋਈ ਫੈਸਲਾ ਹੋਇਆ ਨਹੀਂ, ਤੇ ਅਸੀਂ ਤਾਂ ਚਾਹੁੰਦੇ ਹਾਂ ਕਿ ਉਹ ਆਉਣ। ਅੱਛਾ, ਹਲਕਾ ਅਮਲੋਹ ਦੇ ਮੁੱਦੇ ਕੀ ਨੇ? ਕੀ ਸਮਝੇ ਉਹ ਸਿਆਸਤ ਦੇ ਵਿੱਚ ਆ ਕੇ ਹਲਕਾ ਅਮਲੋਹ ਨੂੰ, ਕਿ ਇਹ ਮੁੱਦੇ ਹਲਕਾ ਅਮਲੋਹ ਦੇ ਪਹਿਲ ਦੇ ਆਧਾਰ ਤੇ ਹੱਲ ਹੋਣੇ ਚਾਹੀਦੇ ਨੇ? ਜਿਹੜਾ ਬਾਈ ਜੀ ਹਲਕਾ ਅਮਲੋਹ ਹੈ ਨਾ, ਇਹ ਇੱਕ ਸਿੱਖ ਤੇ ਹਿੰਦੂ ਭਾਈਚਾਰੇ ਦੀ ਸਭ ਤੋਂ ਵੱਡੀ ਇਹਨਾਂ ਦੇ ਪਿਆਰ ਦੀ ਨਿਸ਼ਾਨੀ ਹੈ। ਜਿੰਨੀ ਇੱਥੇ ਸ਼ਹਿਰੀ ਵੋਟ ਹੈ ਜੀ, ਤੇ ਜਿੰਨੀ ਇੱਥੇ ਸਾਡੀ ਪੇਂਡੂ ਵੋਟ ਹੈ, ਉਹ ਇਕੁਅਲ ਵੋਟ ਹੈ ਜੀ। ਤੇ ਮੈਂ ਤਾਂ ਇੱਥੇ ਆ ਕੇ ਇਹੀ ਦੇਖਿਆ ਜੀ ਕਿ ਜਿੰਨੀ ਸਾਡੀ ਸ਼ਹਿਰੀ ਵੋਟ ਹੈ, ਉਹ ਤਾਂ ਮੋਦੀ ਜੀ ਲਈ ਬਹੁਤ ਜ਼ਿਆਦਾ ਕਮਲ ਦੇ ਫੁੱਲ ਦਾ ਬਟਨ ਦੱਬਣ ਲਈ ਬਹੁਤ ਉਤਸ਼ਾਹਿਤ ਹੋਇਆ। ਤੇ ਤੁਸੀਂ ਦੇਖਿਓ ਕਿ ਆਉਣ ਵਾਲੇ ਸਮੇਂ 'ਚ ਇਹ ਸੀਟ ਭਾਜਪਾ ਦੇ ਹੱਕ 'ਚ ਹੀ ਜਾਊ। ਕਿਹੜੀ ਪਾਰਟੀ ਨਾਲ ਮੁਕਾਬਲਾ ਮੰਨਦੇ ਹੋ ਕਿ ਇਸ ਪਾਰਟੀ ਦੇ ਨਾਲ ਮੁਕਾਬਲਾ ਹੋਏਗਾ ਅਮਲੋਹ ਦੇ ਵਿੱਚ ਤੁਹਾਡਾ? ਦੇਖੋ, ਕਾਂਗਰਸ ਇੱਥੇ ਬਿਲਕੁਲ ਵੀ ਨਹੀਂ ਹੈਗੀ ਜੀ। ਕਾਕਾ ਰਣਦੀਪ ਜੀ ਇੱਥੇ ਸਿਟਿੰਗ ਐਮਐਲਏ ਰਹੇ, ਕੈਬਨਿਟ ਮੰਤਰੀ ਉਹ ਰੀਸੈਂਟਲੀ ਬਣੇ, ਤੇ ਉਹਨਾਂ ਨੇ ਬਿਲਕੁਲ ਵੀ ਕੋਈ ਵਿਕਾਸ ਨਹੀਂ ਕੀਤਾ ਜੀ। ਅੱਜ ਜਿੱਥੇ ਆਪਾਂ ਬੈਠੇ ਹਾਂ, ਇੱਥੋਂ ਜਿਹੜੀ ਅਮਲੋਹ ਤੋਂ ਗੋਬਿੰਦਗੜ੍ਹ ਨੂੰ ਸੜਕ ਜਾਂਦੀ ਹੈ ਜੀ, ਇਹ 'ਚ ਇੰਨੇ ਖੱਡੇ ਨੇ, ਮੈਂ ਕਹਿੰਦਾ ਕੋਈ ਵਿਕਾਸ ਦਾ ਤਾਂ ਕੁਛ ਇੱਥੇ ਰਿਹਾ ਹੀ ਨਹੀਂ ਜੀ। ਗੋਬਿੰਦਗੜ੍ਹ 80% ਸਟੀਲ ਦੇ ਉੱਤੇ ਨਿਰਭਰ ਕਰਦਾ ਜੀ, ਕੋਈ ਇੱਕ ਨਵਾਂ ਕਾਰਖਾਨਾ ਨਹੀਂ ਲੱਗਿਆ ਜੀ, ਸਗੋਂ ਜਿੰਨੇ ਸੀਗੇ ਉਹ ਬੰਦ ਹੋਏ ਨੇ ਕਾਂਗਰਸ ਦੀਆਂ ਪਾਲਿਸੀਆਂ ਕਰਕੇ। ਤੇ ਮੈਂ ਤਾਂ ਬਿਲਕੁਲ ਜਦੋਂ ਇਸ ਚੀਜ਼ ਦਾ ਪਾਰਟ ਬਣਿਆ ਜੀ, ਤੇ ਮੇਰੀ ਸਭ ਤੋਂ ਪ੍ਰਾਇੋਰਟੀ ਗੋਬਿੰਦਗੜ੍ਹ ਲਈ ਇਹੀ ਹੋਊਗੀ ਜੀ ਕਿ ਮੈਂ ਕੋਈ ਨਾ ਕੋਈ ਬਹੁਤ ਵੱਡਾ ਇੰਡਸਟਰੀਅਲ ਪੈਕੇਜ ਲੈ ਕੇ ਆਵਾਂ, ਜਿਹਦੇ ਨਾਲ ਇੱਥੇ ਹੋਰ ਇੰਡਸਟਰੀ ਲੱਗੇ। ਤੇ ਕਿਤੇ ਨਾ ਕਿਤੇ ਮੈਂ ਚਾਹੁੰਦਾ ਕਿ ਇੱਥੇ ਸਭ ਤੋਂ ਵੱਡਾ ਰੀਜਨ ਹੈ ਜਿਹੜਾ ਇੱਥੋਂ ਆਲੂਆਂ ਦਾ ਰੀਜਨ ਸ਼ੁਰੂ ਹੋ ਜਾਂਦਾ ਜੀ। ਕਿਤੇ ਨਾ ਕਿਤੇ ਮੇਰੇ ਇਹ ਵੀ ਜ਼ਿਹਨ 'ਚ ਹੈਗਾ, ਮਨ 'ਚ ਹੈਗਾ ਕਿ ਕੋਈ ਨਾ ਕੋਈ ਆਲੂਆਂ ਦੇ ਰਿਲੇਟਡ ਕੋਈ ਫੂਡ ਪ੍ਰੋਸੈਸਿੰਗ ਯੂਨਿਟ ਇੱਥੇ ਲੱਗਣਾ ਚਾਹੀਦਾ, ਤੇ ਉਸ ਚੀਜ਼ ਲਈ ਵਰਕ ਕਰਾਂਗੇ ਜੀ। ਇੱਕ ਨਾ ਲੀਡਰਾਂ ਦੇ ਪਸੰਦ ਦਾ ਸਵਾਲ ਹੁੰਦਾ ਕਿ ਸਾਨੂੰ ਜ਼ਰੂਰ ਪੁੱਛੋ ਕਿ ਕਿੰਨੀ ਸੀਟਾਂ ਇਸ ਵਾਰ ਸਾਡੀ ਪਾਰਟੀ ਜਿੱਤੂਗੀ। ਜੇ ਮੈਂ ਤੁਹਾਨੂੰ ਪੁੱਛਣਾ ਹੋਵੇ ਬੀਜੇਪੀ ਕਿੰਨੀ ਸੀਟਾਂ ਜਿੱਤੂਗੀ ਤਾਂ ਕਿੰਨੀਆਂ ਹੋਣਗੀਆਂ? ਦਾਅਵਾ ਕਿੰਨੀਆਂ ਦਾ ਕਰਦੇ ਹੋ? ਅਸੀਂ ਸਰਕਾਰ ਬਣਾਵਾਂਗੇ ਜੀ, ਇਸ ਚੀਜ਼ ਦਾ ਤਾਂ ਦਾਅਵਾ। ਚਾਹੇ ਜੋੜ ਤੋੜ ਕਰਕੇ ਬਣਾਓ। ਦੇਖੋ, ਜੋੜ ਤੋੜ ਕਰਕੇ ਬਣੂਗੀ, ਕਿਵੇਂ ਬਣੂਗੀ, ਪਰ ਸਰਕਾਰ ਬਣੂਗੀ। ਮਾਹਰ ਹੈ ਨਾ ਬੀਜੇਪੀ ਇਸ ਕੰਮ 'ਚ। ਦੇਖੋ, ਕੋਈ ਕਿਸੇ ਚੀਜ਼ 'ਚ ਮਾਹਿਰ ਹੁੰਦਾ ਜੀ, ਕੋਈ ਕਿਸੇ ਚੀਜ਼ 'ਚ ਮਾਹਿਰ ਹੁੰਦਾ, ਤੇ ਇੱਥੇ ਸਰਕਾਰ ਜ਼ਰੂਰ ਬਣੂਗੀ ਜੀ। ਚਲੋ, ਅਖੀਰ ਦੇ ਵਿੱਚ ਪੰਜਾਬ ਦੇ ਲੋਕ, ਦੁਨੀਆ ਭਰ ਦੇ ਲੋਕ ਤੁਹਾਨੂੰ ਵੇਖ ਰਹੇ ਨੇ, ਉਹਨਾਂ ਨੂੰ ਟੋੜਾ ਪਰਿਵਾਰ ਦੇ ਜੀ ਦੇ ਵੱਲੋਂ ਕੀ ਸੁਨੇਹਾ ਹੋਏਗਾ
ਕਮਰਵੀਰ ਸਿੰਘ ਟੋੜਾ ਕੀ ਕਹਿਣਾ ਚਾਹਣਗੇ? ਬਾਈ ਜੀ ਮੈਂ ਦੇਖੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਹੀ ਬੇਨਤੀ ਕਰੂੰਗਾ ਕਿ ਆਪਾਂ ਸਾਰੇ ਇੱਕ ਵਾਰੀ ਬੀਜੇਪੀ ਨੂੰ ਮੌਕਾ ਦਈਏ, ਇਹਨਾਂ ਨਾਲ ਵਿਚਾਰ ਵਟਾਂਦਰਾ ਕਰੀਏ, ਇਹਨਾਂ ਨਾਲ ਬੈਠੀਏ, ਸਾਡੀਆਂ ਗੱਲਾਂ ਤੁਸੀਂ ਸੁਣੋ। ਜੇ ਮੈਂ ਆਪਣੀ ਸ਼ੁਰੂਆਤ ਇੱਥੋਂ ਕੀਤੀ ਆ ਉਹਦਾ ਕੋਈ ਬਹੁਤ ਵੱਡੇ ਕਾਰਨ ਹੋ ਸਕਦੇ ਨੇ, ਤੇ ਮੈਂ ਉਹ ਦੱਸਣਾ ਵੀ ਚਾਹੁੰਦਾ ਸਾਰਿਆਂ ਨੂੰ, ਤੇ ਮੈਂ ਦੱਸ ਵੀ ਰਿਹਾ ਜੀ ਹਲਕੇ 'ਚ, ਤੇ ਸਾਰੇ ਇਸ ਚੀਜ਼ ਨੂੰ ਐਗਰੀ ਵੀ ਕਰ ਰਹੇ ਨੇ, ਤੇ ਡੇ ਬਾਏ ਡੇ ਉਹ ਚੀਜ਼ ਬਹੁਤ ਇਨਕਰੀਜ਼ ਹੋ ਰਹੀ ਹੈ ਜੀ। ਤੇ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਜੀ ਵੱਧ ਤੋਂ ਵੱਧ ਸਾਡੇ ਨਾਲ ਜੁੜੋ, ਸਾਡੇ ਨਾਲ ਸੰਪਰਕ ਕਰੋ, ਸਾਡੇ ਨਾਲ ਗੱਲ ਕਰੋ, ਤੇ ਆਪਾਂ ਰਲ ਮਿਲ ਕੇ ਇੱਥੇ ਭਾਜਪਾ ਦੀ ਸਰਕਾਰ ਬਣਾਈਏ ਜੀ। ਬਹੁਤ ਬਹੁਤ ਸ਼ੁਭਕਾਮਨਾਵਾਂ ਜੀ। ਥੈਂਕ ਯੂ ਨੰਦ ਜੀ, ਥੈਂਕ ਯੂ। ਧੰਨਵਾਦ ਜੀ। ਤਾਂ ਇਹ ਸੀ ਸਰਦਾਰ ਕਮਰਵੀਰ ਸਿੰਘ ਟੋੜਾ, ਗੱਲਬਾਤ ਇਹਨਾਂ ਨਾਲ ਕੀਤੀ ਤੇ ਦੱਸ ਰਹੇ ਸੀ ਕਿ ਕਿਵੇਂ ਪਰਿਵਾਰ ਤੋਂ ਇਹਨਾਂ ਦੀ ਚੱਲ ਰਹੀ ਹੈ ਸਿਆਸਤ ਦੇ ਵਿੱਚ, ਤੇ ਹੁਣ ਸਿਆਸਤ ਕਿਸ ਤਰੀਕੇ ਦੇ ਨਾਲ ਅੱਗੇ ਵਧਾਉਣਗੇ ਤੇ ਕੀ ਸੋਚਦੇ ਨੇ ਪੰਜਾਬ ਦੇ ਮਸਲਿਆਂ ਦੇ ਬਾਰੇ ਗੱਲਬਾਤ ਕੀਤੀ। ਸਾਡੇ ਇਸ ਪਲੇਟਫਾਰਮ ਦੇ ਉੱਤੇ ਸਾਰੀਆਂ ਪਾਰਟੀਆਂ ਦੇ ਲਈ ਇਹ ਮੰਚ ਖੁੱਲ੍ਹਾ ਹੈ, ਤੇ ਪ੍ਰਾਈਮ ਇਲੈਕਸ਼ਨ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਪਾਰਟੀ ਦੇ ਲੀਡਰ ਨੂੰ ਤੁਹਾਡੇ ਸਨਮੁਖ ਕਰਦੇ ਰਹਿੰਦੇ ਹਾਂ। ਅੱਜ ਦੀ ਮੁਲਾਕਾਤ ਤੁਹਾਨੂੰ ਕਿਹੋ ਜਿਹੀ ਲੱਗੀ, ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜ਼ਰੂਰ ਸਾਂਝੀ ਕਰਿਓ। ਮੈਨੂੰ ਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।